होत बंधन अनेक बार। सर्व कला समरथ डोलन ते राखो प्रभु, नानक दे कर हाथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। जाहि कुल ते प्रगट होय, ताहि कुल को नाम। पुन द्वादश गोरिंद को मेरी है प्रणाम। जपयो जिन अर्जन देव गुरु फिर, संकट जोन गर्भ न आयो। जपयो जिन अर्जन देव गुरु फिर, संकट जोन गर्भ न आयो। जपयो जिन अर्जन देव गुरु फिर, संकट जोन लीलार उदय। तब लो भ्रमते फिरते बहुत आयो, कल घोर समुद्र में बूढ़त थे। कबहू मिट है नहीं रे पछुतायो। तत् विचार यह मथुरा जन, जग तारन को अवतार बनायो। जपयो जिन अर्जन देव गुरु, जिन अर्जन देव गुरु।
ਸਤਿਗੁਰੂ ਜੀ ਦੇ ਪਾਵਨ ਅਤੇ ਪਵਿੱਤਰ ਦਰਬਾਰ ਦੇ ਵਿੱਚ ਜਿੰਨੇ ਕੋ ਮਾਈ ਭਾਈ ਆਪਾਂ ਸਤ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਹਾਂ, ਆਪੋ ਆਪਣੀ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਅਤੇ ਰਸਨਾ ਨੂੰ ਪਵਿੱਤਰ ਕਰਨ ਲਈ ਸਭ ਇੱਕ ਵਾਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਫਿਰ ਇੱਕ ਵਾਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਗੁਰੂ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ, ਉੱਥੇ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ। ਮਰਨ ਤੋਂ ਬਾਅਦ ਸਾਡੀ ਜੀਵ ਆਤਮਾ ਨੇ ਜਿੱਥੇ ਪਹੁੰਚਣਾ ਹੈ ਨਾ, ਜਿੱਥੇ ਸਾਡਾ ਕੋਈ ਮਾਤਾ ਪਿਤਾ, ਕੋਈ ਭੈਣ ਭਰਾ, ਕੋਈ ਸੱਜਣ ਮਿੱਤਰ, ਕਿਸੇ ਦੀ ਪੁਕਾਰ, ਕਿਸੇ ਦੀ ਬਾਹ ਉੱਥੇ ਨਹੀਂ ਪਹੁੰਚਣੀ। ਉੱਥੇ ਕੇਵਲ ਤੇ ਕੇਵਲ ਇੱਕੋ ਹੀ ਬੇਲੀ ਹੈ ਤੁਹਾਡਾ। ਪਾਤਸ਼ਾਹ ਕਹਿੰਦੇ ਨੇ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲਈ ਅੰਤੀ ਵਾਰ। ਜਿਸ ਸਤਿਗੁਰੂ ਨੇ ਇੱਥੇ ਵੀ ਤੁਹਾਡੀ ਰੱਖਿਆ ਕਰਨੀ ਹੈ ਤੇ ਮਰਨ ਤੋਂ ਬਾਅਦ ਤੁਹਾਡੀ ਜੀਵ ਆਤਮਾ ਨੇ ਜਿੱਥੇ ਪਹੁੰਚਣਾ ਹੈ, ਜਿਸ ਸਤਿਗੁਰੂ ਨੇ ਉੱਥੇ ਤੁਹਾਡੀ ਬਾਹ ਫੜਨੀ ਹੈ, ਉਸ ਸਤਿਗੁਰੂ ਦੇ ਚਰਨਾਂ ਦਾ ਇੱਕ ਵਾਰ ਆਸਰਾ ਲਓ। ਸਭ ਗੱਜ ਕੇ ਆਖੋ, ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਆ ਜਿਹੜੇ ਦਿਨ ਚੱਲ ਰਹੇ ਨੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਾ ਪੁਰਬ ਆ ਰਿਹਾ ਪਰਸੋਂ 23 ਮਈ ਨੂੰ। ਅੱਜ ਵੀ ਬਹੁਤ ਸਾਰੀਆਂ ਥਾਵਾਂ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਮੇਲੇ ਹੋ ਰਹੇ ਨੇ, ਦੀਵਾਨ ਸਜ ਰਹੇ ਨੇ। ਅੱਜ ਦੀ ਆਪਣੀ ਇਕੱਤਰਤਾ ਭਾਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਜੋਗਾ ਸਿੰਘ ਜੀ, ਉਹਨਾਂ ਦੀ ਬਜ਼ੁਰਗਾਂ ਦੀ ਯਾਦ ਦੇ ਵਿੱਚ ਅੱਜ ਦਾ ਮੇਲਾ। ਭੱਟ ਸਾਹਿਬਾਨਾਂ ਦੀ ਪਵਿੱਤਰ ਬਾਣੀ ਦੇ ਵਿੱਚੋਂ ਸ਼ਬਦ ਤੁਹਾਡੇ ਅੱਗੇ ਰੱਖਿਆ। ਇਹ ਭੱਟ ਸਾਹਿਬਾਨ ਕੌਣ ਸਨ? ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ। ਉਹ ਲਿਖਦੇ ਨੇ, ਜਿਹੜੇ 4 ਵੇਦ ਸਨ, 4 ਵੇਦ, ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵ ਵੇਦ, ਇਹਨਾਂ ਵੇਦਾਂ ਨੂੰ ਅਹੰਕਾਰ ਹੋ ਗਿਆ। ਆਖਣ ਲੱਗੇ, ਪਾਪ ਤੇ ਪੁੰਨ ਦਾ ਨਿਰਣਾ ਜਿਹੜਾ ਸਾਡੇ ਤੋਂ ਹੁੰਦਾ। ਜੇ ਅਸੀਂ ਨਾ ਹੋਈਏ ਸੰਸਾਰ ਤੇ ਪਾਪ ਤੇ ਪੁੰਨ ਦਾ ਨਿਰਣਾ ਕੌਣ ਕਰੇ? ਹੰਕਾਰ ਹੋ ਗਿਆ। ਪਰ ਹਰ ਜੀਓ ਅਹੰਕਾਰ ਨਾ ਭਾਵੇ, ਉਹਨੂੰ ਹੰਕਾਰ ਚੰਗਾ ਨਹੀਂ ਲੱਗਦਾ। ਪਰਮੇਸ਼ਰ ਨੇ 4 ਵੇਦ ਸੱਦ ਲਏ, ਆਓ ਬਈ ਤੁਸੀਂ ਬਿਨਾਂ ਮਤਲਬ ਤੋਂ ਹੰਕਾਰ ਕੀਤਾ ਤੇ ਮੇਰੀ ਇਹ ਡਿਊਟੀ ਹੈ ਤੁਹਾਡੇ ਹੰਕਾਰ ਦਾ ਨਿਵਾਰਨ ਕਰਨਾ। ਮੈਂ ਹੁਣ ਤੁਸੀਂ ਕੱਲਾ ਕੱਲਾ ਵੇਦ ਜਿਹੜਾ ਹੈ ਨਾ, 4-4 ਬੰਦਿਆਂ ਦਾ ਰੂਪ ਧਾਰਨ ਕਰੋ ਧਰਤੀ ਤੇ ਜਾ ਕੇ। ਇੱਕ ਵੇਦ 4-4 ਰੂਪ ਧਾਰਨ ਕਰੇ ਤੇ ਤੁਹਾਨੂੰ ਪੈਦਾ ਕਰਨ ਵਾਲਾ ਜਿਹੜਾ ਬ੍ਰਹਮਾ ਹੈ ਨਾ, ਵੇਦਾਂ ਨੂੰ ਪੈਦਾ ਕਰਨ ਵਾਲਾ, ਉਹ ਵੀ ਤੁਹਾਡੇ ਨਾਲ ਹੀ ਜਾ ਕੇ ਅਵਤਾਰ ਧਾਰਨ ਕਰੇ। ਇਹ 16 ਭੱਟ ਸਨ, 17ਵਾਂ ਜਿਹੜਾ ਭਿੱਖਾ ਸੀ ਨਾ, ਉਹ ਬ੍ਰਹਮੇ ਦਾ ਅਵਤਾਰ ਸੀ। ਸਾਰੇ ਭੱਟ ਜਿਹੜੇ ਨੇ 17 ਭੱਟ, ਕਿਤੇ 11 ਵੀ ਲਿਖਿਆ, ਪਰ ਭਾਈ ਸੰਤੋਖ ਸਿੰਘ ਜੀ 17 ਭੱਟ ਜਿਹੜੇ ਨੇ, 17 ਭੱਟਾਂ ਦਾ ਜ਼ਿਕਰ ਕਰ ਰਹੇ ਨੇ। ਤੇ ਜੇ ਇਹਨਾਂ ਦੀ ਗਿਣਤੀ ਵੀ ਕਰਕੇ ਵੇਖੀਏ ਤਾਂ ਵੀ 17 ਬਣਦੇ ਨੇ। ਗੁਰਬਾਣੀ ਵਿੱਚ 17 ਭੱਟਾਂ ਦੇ ਨਾਮ ਆਏ ਨੇ। ਇਹ 17 ਭੱਟ ਸਾਰੀ ਧਰਤੀ ਦੇ ਉੱਤੇ ਫਿਰਨ ਲੱਗੇ, ਬੜੀਆਂ ਥਾਵਾਂ ਤੇ ਗਏ, ਬੜੇ ਸੰਤਾਂ ਮਹਾਂਪੁਰਸ਼ਾਂ ਦਾ ਦਰਸ਼ਨ ਕੀਤਾ, ਪਰ ਕਿਤੇ ਕੋਈ ਸ਼ਾਂਤ ਨਹੀਂ ਆਈ ਦਰਸ਼ਨ ਕਰਕੇ। ਕਿਸੇ ਦੇ ਕੋਲ ਕੋਈ ਰਹਿਤ ਮਰਿਆਦਾ ਨਹੀਂ ਸੀ। ਅਖੀਰ ਘੁੰਮਦੇ ਘੁੰਮਦੇ ਹਰਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਜਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਤੇ ਦਰਸ਼ਨ ਕਰਕੇ ਬੜੀ ਸ਼ਾਂਤ ਆਈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਆਖਣ ਲੱਗੇ, ਤੁਸੀਂ ਕਵੀ ਹੋ, ਭੱਟ ਹੋ ਤੁਸੀਂ, ਤੇ ਕਿਰਪਾ ਇਹ ਕਰੋ, ਅਸੀਂ ਇੱਕ ਗੁਰਬਾਣੀ ਦਾ ਗ੍ਰੰਥ ਤਿਆਰ ਕਰਨ ਦੇ ਆ ਤੇ ਤੁਸੀਂ ਕਿਰਪਾ ਇਹ ਕਰਨੀ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਨਾ ਸਾਰੇ ਗੁਰੂ ਸਾਹਿਬਾਨਾਂ ਦੀ ਉਸਤਤ ਕਰਨੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੱਕ। ਇਹਨਾਂ ਭੱਟ ਸਾਹਿਬਾਨਾਂ ਨੇ ਕੀ ਕੀਤਾ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਉਸਤਤ ਸ਼ੁਰੂ ਕੀਤੀ। ਸਵਈਏ ਮਹੱਲੇ ਪਹਿਲੇ ਕੇ, ਸਵਈਏ ਮਹੱਲੇ ਦੂਜੇ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਉਸਤਤ ਕੀਤੀ। ਗੁਰੂ ਅਮਰਦਾਸ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਉਸਤਤ ਕੀਤੀ। ਉਸਤਤ ਕਰਦਿਆਂ ਕਰਦਿਆਂ ਇੱਕ ਦਿਨ ਵਿਚਾਰ ਕਰਨ ਲੱਗੇ ਕਿ ਇਹ ਗੁਰੂ ਸਾਹਿਬਾਨ ਤੇ ਪਹਿਲਾਂ ਹੋ ਗਏ ਨੇ ਸੰਸਾਰ ਤੇ,
ਜਿਹੜਾ ਗੁਰੂ ਪ੍ਰਤੱਖ ਰੂਪ ਦੇ ਵਿੱਚ ਸਾਡੇ ਸਾਹਮਣੇ ਸਾਨੂੰ ਦਰਸ਼ਨ ਦੇ ਕੇ ਕਿਰਪਾ ਕਰਨ ਦਿਆ ਹੈ, ਉਹਦੀ ਵੀ ਤੇ ਉਸਤਤ ਕਰੀਏ ਨਾ ਆਪਾਂ। ਤੇ ਮਥੁਰਾ ਭੱਟ ਉਹ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸਿਫਤ ਕਰਦਾ ਹੈ। ਮਥੁਰਾ ਭੱਟ ਲਿਖਦਾ ਹੈ, ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ। ਸੱਚੇ ਪਾਤਸ਼ਾਹ ਜਿੰਨੀ ਦੇਰ ਤੱਕ ਸਾਡੇ ਮਸਤਕ ਦੇ ਭਾਗ ਨਹੀਂ ਸੜਨਾ ਜਾਗੇ, ਅਸੀਂ ਸਾਰੀ ਧਰਤੀ ਤੇ ਭਟਕਦੇ ਰਹੇ, ਕਿਤੇ ਸ਼ਾਂਤੀ ਨਹੀਂ ਮਿਲੀ। ਜਬ ਲੋ ਨਹੀਂ ਭਾਗ ਲਿਲਾਰ ਉਦੈ, ਜਿੰਨੀ ਦੇਰ ਤੱਕ ਬੰਦੇ ਦੇ ਮਸਤਕ ਦੇ ਭਾਗ ਨਾ ਜਾਗਣ, ਉਨੀ ਦੇਰ ਤੱਕ ਪੂਰਾ ਗੁਰੂ ਨਹੀਂ ਮਿਲਿਆ ਕਰਦਾ, ਉਨੀ ਦੇਰ ਤੱਕ ਨਾਮ ਨਹੀਂ ਮਿਲਿਆ ਕਰਦਾ। ਧਿਆਨ ਰੱਖਿਆ ਜੇ ਤੁਸੀਂ ਸਾਰੇ ਜਿੰਨੇ ਬੈਠੇ ਹੋ ਨਾ, ਜਿਨ੍ਹਾਂ ਨੂੰ ਪੂਰਨ ਗੁਰੂ ਮਿਲਿਆ, ਜਿਨ੍ਹਾਂ ਨੂੰ ਨਾਮ ਮਿਲਿਆ, ਤੁਹਾਨੂੰ 3 4 5 ਜਨਮ ਹੋ ਗਏ ਨੇ ਮਨੁੱਖ ਬਣਦਿਆਂ। 4 5 ਜਨਮ ਹੋ ਗਏ ਨੇ, ਐਵੇਂ ਨਹੀਂ ਪੂਰਾ ਗੁਰੂ ਮਿਲ ਗਿਆ। ਪੁੰਨ ਕਰਦਿਆਂ ਕਰਦਿਆਂ ਤੁਹਾਡੇ ਪੁੰਨ ਇੰਨੇ ਜ਼ਿਆਦਾ ਬਲਵਾਨ ਹੋ ਗਏ, ਪੂਰਨ ਗੁਰੂ ਤੱਕ ਲੈ ਗਏ ਤੁਹਾਨੂੰ। ਤਤ ਬੇਤੇ ਮਹਾਪੁਰਸ਼ਾਂ ਦੇ ਨਾਲ ਤਾਂ ਮੇਲ ਹੁੰਦਾ ਹੈ। ਉਹ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਤਾਂ ਤਤ ਬੇਤੇ ਮਹਾਪੁਰਸ਼ ਮਿਲਦੇ ਨੇ, ਐਵੇਂ ਨਹੀਂ। ਤੁਹਾਨੂੰ 4 5 ਜਨਮ ਹੋ ਗਏ ਨੇ ਮਨੁੱਖ ਬਣਦੇ ਹਨ। ਮਥੁਰਾ ਭੱਟ ਆਂਦਾ ਹੈ, ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਆਂਦੇ ਨੇ ਕਲਯੁਗ ਦੇ ਘੋਰ ਸਮੁੰਦਰ ਦੇ ਵਿੱਚ ਅਸੀਂ ਡੁੱਬ ਚੱਲੇ ਸਾਂ ਸੱਚੇ ਪਾਤਸ਼ਾਹ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਜਿਹੜਾ ਪਛਤਾਵ ਦਾ ਜਿਹੜਾ ਦੁੱਖ ਸੀ ਨਾ, ਉਹ ਕਦੇ ਮਿਟਦਾ ਨਹੀਂ ਸੀ। ਤੇ ਮਥੁਰਾ ਭੱਟ ਆਂਦਾ ਹੈ, ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ, ਜਗ ਨੂੰ ਤਾਰਨ ਵਾਸਤੇ ਅਵਤਾਰ ਲਿਆ। ਤੇ ਅਖੀਰਲੀ ਪੰਕਤੀ ਵਿੱਚ ਮਥੁਰਾ ਭੱਟ ਕਹਿੰਦਾ ਹੈ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਅੱਜ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਰਾਮ ਦਾ ਨਾਮ ਲੈਣ ਦੇ ਨਾਲ ਜਨਮ ਮਰਨ ਕੱਟਿਆ ਜਾਂਦਾ। ਅੱਜ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਹਰੀ ਦਾ ਨਾਮ ਲੈਣ ਦੇ ਨਾਲ, ਕ੍ਰਿਸ਼ਨ ਦਾ ਨਾਮ ਲੈਣ ਦੇ ਨਾਲ ਜਨਮ ਮਰਨ ਕੱਟਿਆ ਜਾਂਦਾ ਹੈ। ਪਰ ਮਥੁਰਾ ਭੱਟ ਕਹਿੰਦਾ ਕਿ ਅੱਜ ਤੋਂ ਬਾਅਦ ਜਿਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਨਾਮ ਵੀ ਲਿਆ ਨਾ, ਉਹਦਾ ਵੀ ਜਨਮ ਮਰਨ ਜਿਹੜਾ ਉਹ ਕੱਟਿਆ ਜਾਵੇਗਾ। ਇਸ ਕਰਕੇ ਸਭ ਗੱਜ ਕੇ ਆਖੋ, ਧੰਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਧੰਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਭੱਟਾਂ ਨੇ ਸਿਫਤ ਕੀਤੀ ਹੈ। ਕੱਲ ਭੱਟ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਰੇ ਲਿਖਦਾ ਹੈ, ਉਹਨਾਂ ਦੀ ਬਿਰਤੀ ਕਿਸ ਤਰ੍ਹਾਂ ਦੀ ਹੈ। ਕੱਲ ਭੱਟ ਕਹਿੰਦਾ, ਧਰਮ ਧੀਰ ਗੁਰਮਤਿ ਗੰਭੀਰ, ਪਰ ਦੁੱਖ ਨਿਵਾਰਣ। ਕਿਸ ਤਰ੍ਹਾਂ ਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਕੱਲ ਭੱਟ ਕਹਿੰਦਾ, ਧਰਮ ਧੀਰ ਸੱਚੇ ਪਾਤਸ਼ਾਹ, ਤੂੰ ਧੀਰਜ ਨੂੰ ਹੀ ਆਪਣਾ ਧਰਮ ਬਣਾਇਆ ਹੋਇਆ। ਧੀਰਜ, ਸ਼ਾਂਤੀ ਹੀ ਧੀਰਜ ਹੀ ਤੇਰਾ ਧਰਮ ਆ। ਧਰਮ ਧੀਰ ਗੁਰਮਤਿ ਗੰਭੀਰ, ਸੱਚੇ ਪਾਤਸ਼ਾਹ ਤੂੰ ਬੜਾ ਗੰਭੀਰ ਆ, ਬੜੀ ਡੂੰਗੀ ਬਿਰਤੀ ਵਾਲਾ ਹੈ ਗੁਰੂ ਅਰਜਨ ਦੇਵ। ਪਰ ਦੁੱਖ ਨਿਵਾਰਣ, ਦੂਸਰਿਆਂ ਦਾ ਦੁੱਖ ਦੂਰ ਕਰਨ ਵਾਲਾ ਹੈ। ਕੱਲ ਭੱਟ ਕਹਿੰਦਾ, ਆਂਦਾ ਸ਼ਬਦ ਸਾਰ ਹਰ ਸਮ ਉਦਾਰ। ਵੇਖੋ ਕਿਸ ਤਰ੍ਹਾਂ ਉਸਤਤ ਕੀਤੀ ਹੈ। ਕੱਲ ਭੱਟ ਕਹਿੰਦਾ, ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਬਦ ਸਾਰ ਆਪਣੇ ਮੁਖ ਤੋਂ ਪਵਿੱਤਰ ਗੁਰਬਾਣੀ ਉਚਾਰਦਾ, ਬਾਣੀ ਉਚਾਰਦਾ, ਤੇ ਹਰ ਸਮ ਉਦਾਰ। ਉਹ ਕਿੰਨੇ ਉਦਾਰ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨੇ। ਹਰ ਸਮ, ਹਰ ਮਾਨੇ ਪਰਮੇਸ਼ਰ, ਪਰਮੇਸ਼ਰ ਦੇ ਬਰਾਬਰ। ਜਿੰਨਾ ਪਰਮੇਸ਼ਰ ਦਿਆਲੂ ਹੁੰਦਾ ਹੈ ਨਾ, ਇੰਨਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਿਆਲੂ, ਇੰਨੇ ਉਦਾਰ ਨੇ। ਹੁਣ ਧਿਆਨ ਰੱਖਿਆ ਜੇ, ਪਰਮੇਸ਼ਰ ਕਿੰਨਾ ਦਿਆਲੂ ਹੈ। ਅਸੀਂ ਰੋਜ਼ਾਨਾ ਕਿੰਨੇ ਪਾਪ ਕਰਨ ਦੇ ਆ, ਕਿੰਨੇ ਮਾੜੇ ਕਰਮ ਕਰਨ ਦੇ ਆ, ਪਰ ਉਹ ਪਰਮੇਸ਼ਰ ਸਾਡੇ ਉੱਤੇ ਫਿਰ ਵੀ ਕਿੰਨੀ ਦਇਆ ਕਰਦੇ ਆ। ਉਹ ਜਿਹੜੇ ਲੋਕ ਜਿਨ੍ਹਾਂ ਦਾ ਕੰਮ ਹੀ ਪਾਪ ਕਰਨਾ ਹੈ, ਉਹ ਉਹਨਾਂ ਨੂੰ ਵੀ ਰੋਜੀ ਰੋਟੀ ਦੇ ਰਿਹਾ। ਪੜੋ ਅਕਾਲ ਉਸਤਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਪਰਮੇਸ਼ਰ ਕਿੰਨਾ ਦਿਆਲੂ ਹੈ। ਸਤਿਗੁਰੂ ਜੀ ਕਹਿੰਦੇ ਨੇ, ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀਮਨ ਗਾਵੇ। ਨਿਤ ਦੀਨਨ ਕੀ ਪ੍ਰਤਪਾਲ ਕਰੈ, ਨਿਤ ਰੋਜ਼ ਕਰਦਾ ਉਹਨਾਂ ਦੀ ਪ੍ਰਤਪਾਲਨਾ। ਤੇ ਸੰਤ ਉਬਾਰ ਗਨੀਮਨ ਗਾਵੇ, ਸੰਤਾਂ ਦੀ ਰੱਖਿਆ ਕਰਦਾ, ਸੰਤਾਂ ਨੂੰ ਉਬਾਰਦਾ ਤੇ ਦੁਸ਼ਟਾਂ ਦਾ ਨਾਸ਼ ਕਰਦਾ। ਅੱਗੇ ਪੜੋ, ਪਾਤਸ਼ਾਹ ਕਹਿੰਦੇ ਨੇ, ਪਛ ਪਸ਼ੂ ਨਗ ਨਾਗ ਨਰਾਧਪ, ਸਰਬ ਸਮੇਂ ਸਭ ਕੋ ਪ੍ਰਤਪਾਲ। ਸਾਰੇ ਸਮਿਆਂ ਦੇ ਵਿੱਚ ਜਦੋਂ ਆਪਾਂ ਰਾਤ ਨੂੰ ਸੋ ਜਾਂਦੇ ਆ ਨਾ, ਉਹ ਦਿਨੇ ਨਹੀਂ ਦੇ ਰਿਹਾ ਤੇ ਰਾਤ ਨੂੰ ਵੀ ਦੇ ਰਿਹਾ। ਜਿਹੜੇ ਜੀਵ ਰਾਤ ਨੂੰ ਜਾਗਦੇ ਨੇ ਨਾ, ਉੱਲੂ ਰਾਤ ਨੂੰ ਜਾਗਦਾ ਹੈ, ਚਮਗਿੱਦੜ ਜਾਗਦਾ ਹੈ, ਉਹ ਰਾਤ ਨੂੰ ਜਿਹੜੇ ਜੀਵ ਜਾਗਦੇ ਨੇ ਉਹਨਾਂ ਦਾ ਪ੍ਰਬੰਧ ਉਹਨੇ ਰਾਤ ਨੂੰ ਕੀਤਾ ਹੋਇਆ।
ਪਛ ਪਸ਼ੂ ਨਗ ਨਾਗ ਨਰਾਧਪ ਸਰਬ ਸਮੇ ਸਭ ਕੋ ਪ੍ਰਤਪਾਰੈ। ਆਂਦੇ ਨੇ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਜਿਹੜੇ ਜੀਵ ਜਲ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਰੋਟੀ ਪਾਣੀ ਦਾ ਰਾਸ਼ਨ ਪਾਣੀ ਦਾ ਬੰਦੋਬਸਤ ਜਲ ਦੇ ਵਿੱਚ ਹੀ ਕਰ ਦਿੱਤਾ। ਵੇਖੋ ਕਿੰਨਾ ਦਿਆਲੂ ਹੈ। ਪੋਖਤ ਹੈ ਜਲ ਮੈਂ ਥਲ ਮੈਂ, ਜਿਹੜੇ ਜੀਵ ਧਰਤੀ ਤੇ ਰਹਿੰਦੇ ਨੇ ਉਹਨਾਂ ਦਾ ਪ੍ਰਬੰਧ ਉੱਥੇ ਕਰ ਦਿੱਤਾ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ। ਕਲਯੁਗ ਦੇ ਕਰਮ ਨਹੀਂ ਵਿਚਾਰਦੇ ਆ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਂਦੇ ਨੇ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਸਾਡੇ ਪਾਪ ਵੇਖ ਰਹੇ ਆ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਦੇਨ ਤੋਂ ਨਹੀਂ ਟਲਣ ਦਿਆ, ਜੁਗਾਂ ਤੋਂ ਦੇਂਦਾ ਆ ਰਿਹਾ। ਦੇਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਕਿੰਨਾ ਦਿਆਲੂ ਹੈ ਪਰਮੇਸ਼ਰ। ਤੇ ਕੱਲ ਭੱਟ ਕਹਿੰਦਾ ਹੈ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਪਰਮੇਸ਼ਰ ਦੇ ਬਰਾਬਰ ਦਿਆਲੂ ਨੇ। ਹਰ ਸਮ ਉਦਾਰ ਅਹੰ ਮੇਵ ਨਿਵਾਰਣ, ਹੰਕਾਰ ਦਾ ਹਉਮੈ ਦਾ ਨਿਵਾਰਣ ਕਰ ਦੇਣ ਵਾਲੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਕੱਲ ਭੱਟ ਅੱਗੇ ਕਹਿੰਦਾ ਉਹ ਆਂਦਾ ਹੈ ਮਹਾਦਾਨੀ ਗੁਰਮਤਿ ਗਿਆਨ ਮਨ ਚਾਉ ਨਾ ਹੁਟੈ। ਉਹ ਸਤਿਗੁਰੂ ਦੇ ਗਿਆਨ ਦਾ ਦਾਨ ਦੇਣ ਵਾਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਮਨ ਦਾ ਚਾਅ ਜਿਹੜਾ ਉਹ ਘਟਦਾ ਹੀ ਨਹੀਂ। ਸਤਵੰਤ ਹਰ ਨਾਮ ਮੰਤਰ ਸਹਜ ਚੰਦੋਆ ਤਾਣਿਓ। ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਕੱਲ ਭੱਟ ਕਹਿੰਦਾ ਉਹਨਾਂ ਨੇ ਸਹਜ ਦਾ ਚੰਦੋਆ ਜਿਹੜਾ ਆਪਣੇ ਉੱਤੇ ਤਾਣਿਆ ਹੋਇਆ। ਸਹਜ ਦਾ ਚੰਦੋਆ, ਸਹਜ ਕੀ ਚੀਜ਼ ਹੈ? ਹੁਣ ਤੁਹਾਡੇ ਵਿੱਚੋਂ ਕਈਆਂ ਨੂੰ ਪਤਾ ਨਹੀਂ ਹੋਣਾ ਸਹਿਜ ਕੀ ਹੈ। ਸਹਿਜ ਅਵਸਥਾ ਉਹ ਅਵਸਥਾ ਹੈ ਸਟੇਬਲ ਮਾਈਂਡ ਹੋ ਜਾਣਾ, ਜਿੱਥੇ ਕੋਈ ਦੁੱਖ ਆ ਗਿਆ ਰੋਇਆ ਨਹੀਂ, ਦੁੱਖ ਲੱਗਿਆ ਹੀ ਨਹੀਂ। ਜੋ ਨਰ ਦੁੱਖ ਮੈਂ ਹੈ ਦੁੱਖ ਨਹੀਂ ਮਾਨੈ। ਸੁਖ ਆਇਆ ਬਹੁਤੇ ਪਟਾਕੇ ਨਹੀਂ ਚਲਾਏ, ਬੈਂਡ ਵਾਜੇ ਨਹੀਂ ਵਜਾਏ, ਖੁਸ਼ੀਆਂ ਨਹੀਂ ਬਣਾਈਆਂ। ਜਿਹੜਾ ਇੱਕੋ ਜਿਹਾ ਰਹਿੰਦਾ ਹੈ ਦੁੱਖ ਤੇ ਸੁੱਖ ਦੇ ਵਿੱਚ, ਸਟੇਬਲ ਮਾਈਂਡ। ਇਸ ਤਰ੍ਹਾਂ ਦੀ ਅਵਸਥਾ ਟੂਟੀ ਝੁੰਪੜੀ ਚੀਰ ਸਭ ਛਿੰਨਾ। ਜਾਤਨਾ ਪਤਨਾ ਆਦਰੋ ਉਦਿਆਨ ਪ੍ਰਮਿੰਨਾ। ਮਿੱਤਰ ਨਾ ਇਠ ਤਨ ਰੂਪਹੀਣ ਕਿਛ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟੀ ਕਾ ਹਰ ਨਾਮ ਮਨ ਪਿੰਨਾ। ਕੋਲ ਕੱਖ ਵੀ ਨਹੀਂ, ਕੱਪੜੇ ਪਾਟੇ ਹੋਏ ਨੇ, ਪੈਸਾ ਨਹੀਂ, ਭੈੜੀ ਸ਼ਕਲ ਵਾਲਾ ਹੈ, ਪਰ ਇੱਕੋ ਇੱਕ ਪਰਮੇਸ਼ਰ ਦੇ ਨਾਮ ਦੇ ਨਾਲ ਅਗਰ ਮਨ ਰੰਗਿਆ ਹੋਇਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੀ ਧਰਤੀ ਦਾ ਰਾਜਾ। ਰਾਜਾ ਸਗਲੀ ਸ੍ਰਿਸ਼ਟੀ ਕਾ ਹਰ ਨਾਮ ਮਨ ਭਿੰਨਾ। ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੁਪ੍ਰਸੰਨਾ। ਇਹ ਸਹਿਜ ਅਵਸਥਾ ਹੈ। ਕਿਸੇ ਨੇ ਤੱਤੀ ਤਵੀ ਤੇ ਬਿਠਾ ਦਿੱਤਾ ਤਾਂ ਵੀ ਗਿਲਾ ਨਹੀਂ ਕੀਤਾ। ਉੱਥੇ ਵੀ ਪੜਿਆ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਆ ਸਹਿਜ ਅਵਸਥਾ। ਕੱਲ ਭੱਟ ਕਹਿੰਦਾ ਸਹਿਜ ਦਾ ਚੰਦੋਆ ਜਿਹੜਾ ਆਪਣੇ ਉੱਤੇ ਤਾਣਿਆ ਹੋਇਆ ਗੁਰੂ ਅਰਜਨ ਕੱਲੇ ਉਚਰੈ ਰਾਜ ਜੋਗ ਰਸ ਜਾਣਿਓ। ਹੇ ਗੁਰੂ ਅਰਜਨ ਦੇਵ, ਕੱਲ ਭੱਟ ਕਹਿੰਦਾ ਸੱਚੇ ਪਾਤਸ਼ਾਹ ਤੂੰ ਰਾਜ ਜੋਗ ਮਾਣਿਆ, ਰਾਜ ਜੋਗ ਦਾ ਰਸ ਜਾਣਿਆ ਸੱਚੇ ਪਾਤਸ਼ਾਹ। ਧਰਮ ਧੀਰ ਗੁਰਮਤਿ ਗੰਭੀਰ, ਧੀਰਜ ਨੂੰ ਆਪਣਾ ਧਰਮ ਬਣਾਇਆ ਹੋਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਕਿਸ ਤਰ੍ਹਾਂ ਦਾ ਧੀਰਜ? ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਛੋਟੇ ਸੁਪੁੱਤਰ ਬਾਬਾ ਅਰਜਨ ਦੇਵ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰਿਆਈ ਦਾ ਤਿਲਕ ਲਵਾਇਆ ਨਾ ਬਾਬੇ ਬੁੱਢੇ ਦੇ ਕੋਲੋਂ, ਧਿਆਨ ਰੱਖਿਆ ਜੇ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਗੁਰੂ ਨੇ ਆਪਣੇ ਪੁੱਤਰ ਨੂੰ ਗੁਰਿਆਈ ਦਿੱਤੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਖਾਰਜ ਕਰ ਦਿੱਤਾ, ਨਹੀਂ ਦਿੱਤੀ ਗੁਰਿਆਈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਗੁਰਿਆਈ ਨਹੀਂ ਦਿੱਤੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਗੁਰਿਆਈ ਨਹੀਂ ਦਿੱਤੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਗੁਰਿਆਈ ਦਾ ਤਿਲਕ ਲਵਾਇਆ। ਜਦੋਂ ਗੁਰਿਆਈ ਦਾ ਤਿਲਕ ਲਾਇਆ ਤੇ ਵੱਡਾ ਭਰਾ ਜਿਹੜਾ ਸੀ ਬਾਬਾ ਪ੍ਰਿਥੀ ਚੰਦ, ਜਿਸ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਨੇ, ਉਸੇ ਦਿਨ ਬਾਬਾ ਪ੍ਰਿਥੀ ਚੰਦ ਦੇ ਅੰਦਰ ਈਰਖਾ ਦਾ ਬੀਜ ਅੰਗੂਰ ਮਾਰ ਗਿਆ। ਆਖਣ ਲੱਗਾ ਵੱਡਾ ਪੁੱਤਰ ਮੈਂ, ਗੁਰਿਆਈ ਦਾ ਹੱਕ ਮੇਰਾ ਬਣਦਾ ਸੀ, ਲੈ ਗਿਆ ਛੋਟਾ। ਬਾਬੇ ਪ੍ਰਿਥੀ ਚੰਦ ਨੇ ਇੱਥੋਂ ਤੱਕ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਾਲ ਝਗੜਾ ਕੀਤਾ। ਗੁਰਬਾਣੀ ਵਿੱਚ ਪਾਠ ਦਰਜ, ਲੜਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਾਲ। ਆਖਣ ਲੱਗਾ ਇਹ ਕੀ ਕੀਤਾ ਤੁਸੀਂ? ਵੱਡਾ ਪੁੱਤਰ ਮੈਂ ਸਾਂ, ਗੁਰਿਆਈ ਦਾ ਹੱਕ ਮੇਰਾ ਬਣਦਾ, ਤੁਸੀਂ ਛੋਟੇ ਨੂੰ ਦੇ ਦਿੱਤੀ ਹੈ। ਝਗੜਾ ਕਰਦਾ ਸਤਿਗੁਰਾਂ ਦੇ ਨਾਲ। ਉਸ ਵੇਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇੱਕ ਤੁਕ ਲਿਖਦੇ ਨੇ, ਪਾਠ ਆਇਆ ਗੁਰਬਾਣੀ ਵਿੱਚ। ਪਾਤਸ਼ਾਹ ਕਹਿੰਦੇ ਨੇ ਕਾਹੇ ਪੂਤ ਝਗੜਤ ਹਾਓ ਸੰਗ ਬਾਪ। हे ਪੁੱਤਰ, ਕਿਉਂ ਆਪਣੇ ਪਿਤਾ ਦੇ ਨਾਲ ਲੜਦਾ ਹੈ, ਕਿਉਂ ਝਗੜਾ ਕਰਦਾ ਹੈ? ਜਿਨ ਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗੜਤ ਪਾਪ।
ਉਹ ਜਿਨ੍ਹਾਂ ਨੇ ਤੈਨੂੰ ਜਣ ਕੇ ਪਾਲ ਪੋਸ ਕੇ ਵੱਡਾ ਕੀਤਾ, ਉਹਨਾਂ ਦੇ ਨਾਲ ਝਗੜਾ ਕਰਨਾ ਪਾਪ ਹੈ ਪੁੱਤਰ, ਨਾ ਕਰ ਇਸ ਤਰ੍ਹਾਂ। ਇਹ ਜਿਹਦੀ ਵਸਤੂ ਸੀ ਉਹਨੂੰ ਦੇ ਦਿੱਤੀ ਗਈ ਹੈ, ਜਿਸ ਕੀ ਵਸਤ ਤਿਸ ਆਗੇ ਰੱਖ। ਇਹ ਸੇਵਕ ਦੀ ਵਸਤੂ ਹੈ, ਇਹ ਵਸਤੂ ਸੇਵਕ ਕੀ ਆਹਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸੇਵਕ ਦੀ ਵਸਤੂ ਹੈ। ਭਾਵੇਂ ਕਈ ਵਾਰ ਇਹ ਗੁਰਿਆਈ ਜਵਾਈ ਨੂੰ ਮਿਲੀ ਤੇ ਭਾਵੇਂ ਕਈ ਵਾਰ ਪੁੱਤਰਾਂ ਨੂੰ ਮਿਲੀ, ਕਈ ਵਾਰ ਸੇਵਾਦਾਰਾਂ ਨੂੰ ਸੇਵਕ ਨੂੰ ਗੁਰਿਆਈ ਮਿਲੀ, ਪਰ ਇਹ ਵਸਤੂ ਜਿਹੜੀ ਹੈ ਇਹ ਉਹਨੂੰ ਮਿਲੀ ਹੈ ਜਿਹਨੇ ਸੇਵਾ ਕੀਤੀ ਹੈ, ਜਿਹਨੇ ਹੁਕਮ ਮੰਨਿਆ। ਬਾਬਾ ਪ੍ਰਿਥੀ ਚੰਦ ਜਿਹੜਾ ਸੀ ਅੰਦਰ ਈਰਖਾ ਦਾ ਬੀਜ ਅੰਗੂਰ ਮਾਰ ਗਿਆ, ਈਰਖਾ ਕਰਦਾ, ਝਗੜਾ ਕਰਦਾ, ਦੁਬਦਾ ਅੰਦਰ ਪੈ ਗਈ। ਇਹ ਦੁਬਦਾ ਭਾਈ ਗੁਰਦਾਸ ਜੀ ਆਂਦੇ ਨੇ, ਇਹ ਦੁਬਦਾ ਘਰ ਬਹੁਤੇ ਗਾਲੇ। ਐਵੇਂ ਕਰਕੇ ਬਹੁਤੇ ਕਰ ਗਾਲ ਦਿੱਤੇ, ਦੁਬਦਾ ਚੰਦਰੀ ਨੇ 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 ਬਹੁਤੇ ਕਰ ਗਾਲ ਦਿੱਤੇ, ਵਾਸਾ ਜਿਸ ਭਾਂਡੇ ਵਿੱਚ ਤੇਰਾ ਉਸੇ ਨੂੰ ਗਾਲ ਦੇਵੇ, ਕੰਚਨ ਨੂੰ ਵਾਂਗ ਸੁਹਾਗੇ ਉਹ ਪਲ ਵਿੱਚ ਤੂੰ ਢਾਲ ਦੇਵੇ, ਸਕਿਆ ਭਰਾਵਾਂ ਦੇ ਤੂੰ ਪਿਆਰ ਨੂੰ ਜਾਲ ਦੇਵੇ, ਭਰਾਵਾਂ ਤੋਂ ਭਰਾ ਮਰਵਾਏ, ਦੁਬਦਾ ਚੰਦਰੀ ਨੇ ਬਹੁਤੇ ਕਰ ਗਾਲ ਦਿੱਤੇ, ਦੁਬਦਾ ਚੰਦਰੀ ਨੇ ਬਹੁਤੇ ਕਰ ਗਾਲ ਦਿੱਤੇ, ਦੁਬਦਾ ਚੰਦਰੀ ਨੇ ਬਹੁਤੇ ਕਰ ਗਾਲ ਦਿੱਤੇ, ਦੁਬਦਾ ਚੰਦਰੀ ਨੇ ਬਹੁਤੇ ਕਰ ਗਾਲ ਦਿੱਤੇ। ਤੇਰੇ ਹੀ ਕਰਕੇ ਫਿਰਿਆ ਜੰਗਲਾਂ ਚ ਰਾਮ ਸੀ, ਸਾਰੇ ਹੀ ਲੋਕੀ ਜਪਦੇ ਜਿਸ ਦਾ ਨਾਮ ਸੀ, ਤੇਰੇ ਹੀ ਕਰਕੇ ਪਾਂਡਵ ਹੋਏ ਬੇਆਰਾਮ ਸੀ, ਭਰਾਵਾਂ ਤੋਂ ਭਰਾ ਮਰਵਾਏ, ਦੁਬਦਾ ਚੰਦਰੀ ਨੇ ਬਹੁਤੇ ਕਰ ਗਾਲ ਦਿੱਤੇ,
ਬਾਬਾ ਪ੍ਰਿਥੀ ਚੰਦ ਘਰ ਦੇ ਵਿੱਚ ਵੱਡਾ ਝਗੜਾ ਕੀਤਾ ਹੋਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਰੋਜ਼ਾਨਾ ਦੀ ਲੜਾਈ ਤੋਂ ਝਗੜੇ ਤੋਂ ਪਾਸੇ ਹੋ ਗਏ ਵੀ ਪਾਸੇ ਹੋਣਾ ਚੰਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੇ ਕੋਲ ਵਡਾਲੀ ਪਿੰਡ ਆ ਗਏ। ਗੁਰੂ ਕੀ ਵਡਾਲੀ ਜਿਹਨੂੰ ਅੱਜ ਆਖਿਆ ਜਾਂਦਾ ਹੈ। ਇੱਥੇ ਵਡਾਲੀ ਦੇ ਵਿੱਚ ਹੀ ਗੁਰੂ ਕੀ ਵਡਾਲੀ ਪਿੰਡ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ 8 ਸਾਲਾਂ ਬਾਅਦ ਪੁੱਤਰ ਪੈਦਾ ਹੋਇਆ। 8 ਸਾਲਾਂ ਬਾਅਦ ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਵਰ ਦੇ ਨਾਲ 8 ਸਾਲਾਂ ਬਾਅਦ ਜਦੋਂ ਘਰ ਦੇ ਵਿੱਚ ਪੁੱਤਰ ਆਇਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੁੱਤਰ ਦੇ ਅਵਤਾਰ ਦੀ ਖੁਸ਼ੀ ਦੇ ਵਿੱਚ ਇੱਕ ਵੱਡਾ 6 ਹਰਟਾਂ ਵਾਲਾ ਖੂਹ ਲਵਾਉਂਦੇ ਨੇ। 6 ਹਰਟਾਂ ਵਾਲਾ, ਜਿਸ ਤਰ੍ਹਾਂ ਰਾਮ ਮੰਦਰ ਭੈਣੀ ਸਾਹਿਬ, ਰਾਮ ਮੰਦਰ ਦੇ ਕੋਲ ਤੁਸੀਂ ਉਹ ਠੰਡਾ ਵਾਲਾ ਖੂਹ ਵੇਂਦੇ ਹੋ ਨਾ, 1 ਹਰਟ ਵਾਲਾ 6 ਹਰਟਾਂ ਵਾਲਾ ਵੱਡਾ ਖੂਹ ਲਵਾਇਆ। ਉਹਦੇ ਉੱਤੇ 6 ਹਰਟ ਚੱਲਦੇ ਸਨ, ਜਿਹਨੂੰ ਅੱਜ ਗੁਰਦੁਆਰਾ 6 ਹਰਟਾ ਸਾਹਿਬ ਵੀ ਕਹਿੰਦੇ ਨੇ। ਆਮ ਕਰਕੇ ਮਾਝੇ ਦੀ ਬੋਲੀ 66 ਸਾਹਿਬ ਬੋਲ ਦਿੰਦੇ ਨੇ। ਅਸਲ ਦੇ ਵਿੱਚ ਉਹਦਾ ਨਾਮ ਹੈ 6 ਹਰਟਾ ਸਾਹਿਬ। ਜਦੋਂ 6 ਹਰਟਾ ਵਾਲਾ ਖੂਹ ਲਵਾਇਆ ਤੇ ਹੋਇਆ ਕਿ ਬਾਬੇ ਪ੍ਰਿਥੀ ਚੰਦ ਨੂੰ ਪਤਾ ਲੱਗਾ, ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਕਰਮੋਂ ਨੂੰ ਪਤਾ ਲੱਗਾ ਕਿ ਸਾਡਾ ਸ਼ਰੀਕ ਜੰਮ ਪਿਆ, ਗੱਦੀ ਦਾ ਵਾਰਸ ਆ ਗਿਆ ਤੇ ਹੋਣਾ ਨਹੀਂ ਸੀ ਚਾਹੀਦਾ, ਇਹਨੂੰ ਮਰਵਾ ਦੇਣਾ ਚਾਹੀਦਾ। ਬਾਬੇ ਪ੍ਰਿਥੀ ਚੰਦ ਨੇ ਫੱਤੋ ਦਾਈ ਨੂੰ ਸੱਦਿਆ। ਆਖਣ ਲੱਗੇ, ਫੱਤੋ ਇੱਕ ਕੰਮ ਕਰਨਾ ਹੈ ਤੂੰ ਸਾਡਾ, ਆ 200 ਚਾਂਦੀ ਦੀਆਂ ਮੋਹਰਾਂ ਲੈ ਜਾ। 200 ਚਾਂਦੀ ਦੀਆਂ ਮੋਹਰਾਂ 200 ਰਜਤ ਬਣ ਦਿੱਤੇ ਸਨ, ਜਿਨ੍ਹਾਂ ਦੀ ਕੀਮਤ ਅੱਜ ਦੀ ਤਰੀਕ ਦੇ ਨਾਲ, ਅੱਜ ਦੇ ਹਿਸਾਬ ਦੇ ਨਾਲ ਵੇਖੀਏ ਤੇ 1 ਕਰੋੜ ਰੁਪਈਆ ਬਣਦਾ। 200 ਰਜਤ ਬਣ ਦੇ ਕੇ ਬਾਬਾ ਪ੍ਰਿਥੀ ਚੰਦ ਆਖਣ ਲੱਗਾ ਕਿ ਸਾਡਾ ਸ਼ਰੀਕ ਪੈਦਾ ਹੋਇਆ ਗੁਰੂ ਅਰਜਨ ਦੇ ਘਰ, ਨੂੰ ਮਾਰ ਦੇ, ਸਾਡਾ ਕੰਮ ਕਰ ਦੇ। ਫਤੋ ਆ ਗਈ ਗੁਰੂ ਕੀ ਵਡਾਲੀ। ਆ ਕੇ ਮਾਤਾ ਗੰਗਾ ਨੂੰ ਆਖਣ ਲੱਗੀ, ਮਾਤਾ ਜੀ ਵੇਖੋ ਤੁਸੀਂ ਇੱਥੇ ਗੁਰੂ ਕੀ ਵਡਾਲੀ ਆ ਗਏ ਹੋ, ਜੇ ਤੁਸੀਂ ਹਰਮੰਦਰ ਸਾਹਿਬ ਅੰਮ੍ਰਿਤਸਰ ਹੁੰਦੇ ਤੇ ਮੈਂ ਉੱਥੇ ਤੁਹਾਡੀ ਸੇਵਾ ਕਰਦੀ, ਤੁਹਾਡੇ ਪੁੱਤਰ ਨੂੰ ਸਾਂਭਦੀ, ਕੋਈ 4 ਪੈਸੇ ਦਾਣੇ, ਕੋਈ ਕੱਪੜਾ ਲੱਤਾ ਮੈਨੂੰ ਮਿਲ ਜਾਂਦਾ। ਮਾਤਾ ਗੰਗਾ ਜੀ ਆਖਣ ਲੱਗੇ, ਫੱਤੋ ਚਿੰਤਾ ਨਾ ਕਰ, ਤੂੰ 4 ਦਿਨ ਇੱਥੇ ਰਹਿ ਕੇ ਸੇਵਾ ਕਰ ਲੈ, ਤੂੰ ਦਾਣੇ ਪੈਸੇ ਤੈਨੂੰ ਇੱਥੋਂ ਦੇ ਦੇਾਂਗੇ, ਕੱਪੜਾ ਲੱਤਾ ਇੱਥੋਂ ਦੇ ਦੇਾਂਗੇ ਤੈਨੂੰ। ਥੋੜੇ ਦਿਨਾਂ ਦੇ ਵਿੱਚ ਹੀ ਫੱਤੋ ਦਾਈ ਨੇ ਮਾਤਾ ਗੰਗਾ ਜੀ ਦਾ ਵਿਸ਼ਵਾਸ ਜਿੱਤ ਲਿਆ। ਹੋਇਆ ਕਿ ਅਜੇ ਥੋੜੇ ਦਿਨ ਹੀ ਹੋਏ ਸਨ ਤੇ ਮਾਤਾ ਗੰਗਾ ਜੀ ਕੁਝ ਕੰਮ ਕਰਨ ਵਾਸਤੇ ਬਾਹਰ ਗਏ ਤੇ ਬਾਲਕ ਜਿਹੜਾ ਸੀ ਅੱਜ ਫੱਤੋ ਦਾਈ ਦੇ ਉਹ ਗੋਦ ਦੇ ਵਿੱਚ ਖੇਡ ਰਿਹਾ। ਫੱਤੋ ਦਾਈ ਨੇ ਕੀ ਕੀਤਾ, ਦੁੱਧ ਦੇ ਉੱਤੇ ਜ਼ਹਿਰ ਲਾਇਆ ਤੇ ਬਾਲਕ ਨੂੰ ਪਿਉਣ ਲੱਗੀ ਹੈ ਕਿ ਪੀ ਕੇ ਇਹ ਬਾਲਕ ਜਿਹੜਾ ਜ਼ਹਿਰ ਵਾਲਾ ਦੁੱਧ ਇਹ ਮਰ ਜਾਵੇ। ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਇਤਿਹਾਸਕਾਰ ਲਿਖਦੇ ਨੇ, ਆਪਣਾ ਇੱਕ ਤਿੱਖਾ ਨੋਹ ਜਿਹੜਾ ਸੀ ਫੱਤੋ ਦਾਈ ਦੇ ਦੁੱਧ ਤੇ ਮਾਰਿਆ, ਉਹਦਾ ਜ਼ਹਿਰ ਉਹਨੂੰ ਹੀ ਚੜ ਗਿਆ ਤੇ ਤੜਫਣ ਲੱਗ ਪਈ, ਡਿੱਗ ਪਈ। ਸਿੱਖਾਂ ਨੇ ਜਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਗਰੀਬ ਨਵਾਜ ਫੱਤੋ ਦਾਈ ਤੜਫੀ ਜਾਂਦੀ ਹੈ, ਪਤਾ ਨਹੀਂ ਉਹਨੂੰ ਕੀ ਹੋ ਗਿਆ। ਸੱਚੇ ਪਾਤਸ਼ਾਹ ਆਏ, ਆ ਕੇ ਪੁੱਛਿਆ, ਫੱਤੋ ਕੀ ਹੋਇਆ ਤੈਨੂੰ, ਕੀ ਗੱਲ ਹੋਈ, ਕਿੱਥੇ ਦਰਦ ਹੁੰਦਾ ਹੈ, ਵੈਦ ਸਦੀਏ, ਕੋਈ ਹਕੀਮ ਬੁਲਾਈਏ। ਫੱਤੋ ਬੇਨਤੀ ਕਰਨ ਲੱਗੀ, ਨਹੀਂ ਮਹਾਰਾਜ ਮੇਰਾ ਸਮਾਂ ਆ ਗਿਆ, ਪਰ ਮੈਂ ਜਾਂਦੀ ਜਾਂਦੀ ਤੁਹਾਨੂੰ ਸੱਚ ਦੱਸਣਾ ਚਾਹੁੰਦੀ ਹਾਂ, ਤੁਹਾਡੇ ਸਕੇ ਭਰਾ ਬਾਬੇ ਪ੍ਰਿਥੀ ਚੰਦ ਨੇ ਤੁਹਾਡੇ ਪੁੱਤਰ ਨੂੰ ਮਾਰਨ ਵਾਸਤੇ ਮੈਨੂੰ ਭੇਜਿਆ ਸੀ। ਗਰੀਬ ਨਵਾਜ ਮੇਰੀ ਭੁੱਲ ਬਖਸ਼ ਲਓ। ਉਹਨੇ ਮੈਨੂੰ 200 ਰਜਤ ਪਣ ਦਿੱਤੇ ਸਨ, 200 ਚਾਂਦੀ ਦੀਆਂ ਮੋਹਰਾਂ। ਫੱਤੋ ਦਾਈ ਮਰ ਗਈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਿੱਖਾਂ ਨੂੰ ਹੁਕਮ ਕੀਤਾ, ਭਾਈ ਇਹਦਾ ਸਰੀਰ ਚੁੱਕ ਕੇ ਇਹਦੇ ਪਿੰਡ ਲੈ ਜਾਓ। ਪੈਸੇ ਵੀ ਦਿੱਤੇ, ਸਤਿਗੁਰਾਂ ਕੱਪੜਾ ਲੱਤਾ ਦਾਣੇ ਵੀ ਦਿੱਤੇ, ਭਾਈ ਲੈ ਜਾਓ, ਕੋਈ ਗੱਲ ਨਹੀਂ। ਥੋੜੇ ਦਿਨ ਹੋਏ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੈਠੇ ਹੋਏ ਸਨ। ਭਾਈ ਗੁਰਦਾਸ, ਬਾਬਾ ਬੁੱਢਾ ਜੀ, ਸੂਝਵਾਨ ਸਿੱਖ ਇਕੱਠੇ ਹੋ ਕੇ ਆਏ। ਭਾਈ ਗੁਰਦਾਸ ਜੀ ਆਖਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਚੁੱਪ ਕਰਕੇ ਬੈਠੇ ਹੋ, ਤੁਹਾਡੇ ਭਰਾ ਨੇ ਤੁਹਾਡੇ ਪੁੱਤਰ ਨੂੰ ਮਰਵਾਉਣ ਵਾਸਤੇ ਦਾਈ ਨੂੰ ਭੇਜਿਆ, ਮਰਨ ਲੱਗੀ ਕਹਿ ਗਈ ਹੈ। ਜਿੰਨੇ ਹੁਣ ਤੇ ਪੁੱਤਰ ਬਚ ਗਿਆ, ਕੱਲ ਨੂੰ ਫੇਰ ਉਹ ਕਿਸੇ ਹੋਰ ਨੂੰ ਮਰਵਾਉਣ ਵਾਸਤੇ ਭੇਜ ਦੇਗਾ। ਸੱਚੇ ਪਾਤਸ਼ਾਹ ਤੁਸੀਂ ਪੰਚਾਇਤ ਕਿਉਂ ਨਹੀਂ ਕਰਦੇ, ਤੁਸੀਂ ਚੁੱਪ ਕਰਕੇ ਬੈਠੇ ਹੋਏ ਹੋ। ਤੇ ਸਭ ਗੱਜ ਕੇ ਆਖੋ, ਧੰਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵੇਖੋ ਧੀਰਜ ਨੂੰ ਆਪਣਾ ਧਰਮ ਬਣਾਇਆ ਹੋਇਆ ਹੈ, ਸਹਿਜ ਦਾ ਚੰਦੋਆ ਤਾਣਿਆ ਹੋਇਆ, ਕਿੰਨੇ ਸ਼ਾਂਤ ਨੇ। ਉਹ ਸਾਡੇ ਮੁੰਡੇ ਨੂੰ ਨਾ ਕੋਈ ਰਾਹ ਵਿੱਚ ਤੁਰਿਆ ਜਾਂਦਾ, ਕੋਈ ਗਾਲ ਹੀ ਕੱਢਦੇ ਨਾ, ਕੋਈ ਚਪੇੜ ਮਾਰਦੇ ਸਕੂਲ ਦੇ ਵਿੱਚ ਕੋਈ ਟੀਚਰ, ਤੇ ਅਸੀਂ ਇਕੱਠੇ ਹੋ ਕੇ ਜਾਂਦੇ ਆ ਕਿ ਸਾਡੇ ਮੁੰਡੇ ਨੂੰ ਤੁਸੀਂ ਹੱਥ ਕਿਵੇਂ ਲਾਇਆ। ਪਰ ਧੰਨ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਵੇਲੇ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ ਬਚਨ ਕਰਨ ਲੱਗੇ। ਸੱਚੇ ਪਾਤਸ਼ਾਹ ਦੇ ਨੇ, ਭਾਈ ਗੁਰਦਾਸ ਜੀ ਮੈਂ ਮਾਰਨ ਵਾਲੇ ਦੀ ਨਿੰਦਿਆ ਕਿਉਂ ਕਰਾਂ, ਉਹ ਜਿਨੇ ਮੇਰੇ ਪੁੱਤਰ ਨੂੰ ਬਚਾਇਆ, ਮੈਂ ਬਚਾਉਣ ਵਾਲੇ ਦੇ ਗੁਣ ਗਾਵਾਂਗਾ, ਕਿਉਂਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੈ।
ਉਹ ਜਿਨੇ ਅੱਜ ਮੇਰੇ ਪੁੱਤਰ ਨੂੰ ਬਚਾਇਆ ਉਹ ਕੱਲ ਨੂੰ ਮੇਰੇ ਪੁੱਤਰ ਨੂੰ ਨਾ ਬਚਾਵੇਗਾ। ਦੇਖੋ ਪਰਮੇਸ਼ਰ ਦੇ ਉੱਤੇ, ਪਰਮਾਤਮਾ ਦੇ ਉੱਤੇ ਕਿੰਨਾ ਵਿਸ਼ਵਾਸ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ। ਤੇ ਉਸ ਵੇਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਉਹ ਜੇ ਗੁਰੂ ਵੱਲ ਹੋਵੇ ਨਾ ਸਿੱਖ ਦਾ, ਤੇ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਅਨੇਕਾਂ ਪ੍ਰਮਾਣ ਗੁਰਬਾਣੀ ਵਿੱਚ ਮਿਲ ਜਾਂਦੇ ਨੇ, ਅਨੇਕਾਂ ਪ੍ਰਮਾਣ। ਉਸ ਵੇਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰਬਾਣੀ ਦੀ ਆਹ ਪੰਕਤੀ ਜਿਹੜੀ ਸੀ ਉਚਾਰਨ ਕੀਤੀ ਹੈ ਉਹ ਕਰਕੇ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਰਾਧਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਮੈਂ ਬਚਾਉਣ ਵਾਲੇ ਦੀ ਉਸਤਤ ਕਰਾਂਗਾ। ਜਿਨੇ ਅੱਜ ਬਚਾਇਆ ਕੱਲ ਨੂੰ ਵੀ ਮੇਰੇ ਪੁੱਤਰ ਨੂੰ ਬਚਾਵੇਗਾ। ਸਮਾਂ ਆਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣਾ ਪਰਿਵਾਰ ਲੈ ਕੇ ਦੁਬਾਰਾ ਫਿਰ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਆਉਂਦੇ ਨੇ। ਉਹ ਜਿਸ ਗਲੀ ਦੇ ਵਿੱਚ ਬਹੁਤ ਸਾਰੇ ਸਿੱਖਾਂ ਨੇ ਦਰਸ਼ਨ ਕੀਤਾ ਹੋਵੇਗਾ, ਜਿੱਥੇ ਗੁਰੂ ਕਾ ਮਹਿਲ ਗੁਰਦੁਆਰਾ ਬਣਿਆ ਨਾ ਅੱਜ, ਜਿੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪਰਿਵਾਰ ਵੀ ਰਿਹਾ, ਉੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਪਰਿਵਾਰ ਵੀ ਰਹਿੰਦਾ ਰਿਹਾ, ਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪਰਿਵਾਰ ਵੀ ਰਿਹਾ ਉਸੇ ਘਰ ਦੇ ਵਿੱਚ। ਤੇ ਉਸੇ ਗਲੀ ਦੇ ਵਿੱਚ ਬਾਬੇ ਪ੍ਰਿਥੀ ਚੰਦ ਦਾ ਘਰ ਆ। ਬਾਬਾ ਪ੍ਰਿਥੀ ਚੰਦ ਤੇ ਕਰਮੋ ਜਿਹੜੇ ਨੇ ਰੋਜ਼ ਸੜਦੇ ਨੇ ਅੰਦਰੋਂ ਅੰਦਰ ਕਿ ਹੁਣ ਇੱਥੇ ਆ ਗਏ ਨੇ, ਇੱਥੋਂ ਜਾਂਦੇ ਨਹੀਂ, ਇਹਨਾਂ ਨੂੰ ਇੱਥੋਂ ਕੱਢੀਏ ਕਿਵੇਂ। ਕਰਮੋ ਨੇ ਸੋਚਿਆ ਇਹਨਾਂ ਦੀ ਬੇਇੱਜ਼ਤੀ ਕਰਾਂ ਤਾਂ ਇੱਥੋਂ ਜਾਣਗੇ। ਇੱਕ ਦਿਨ ਕੀ ਹੋਇਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਵਿੱਚ ਜਾਣ ਵਾਸਤੇ ਇਸ਼ਨਾਨ ਪਾਣੀ ਕਰਕੇ ਸਿੱਖਾਂ ਦੇ ਨਾਲ ਆਪਣੇ ਘਰ ਤੋਂ ਨਿਕਲੇ, ਤੇ ਜਿੱਥੇ ਬਾਬੇ ਪ੍ਰਿਥੀ ਚੰਦ ਦਾ ਘਰ ਸੀ ਨਾ, ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਬੇ ਪ੍ਰਿਥੀ ਚੰਦ ਦੇ ਘਰ ਦੇ ਅੱਗੋਂ ਦੀ ਲੰਘਣ ਲੱਗੇ, ਤੇ ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਜਿਹੜੀ ਕਰਮੋ ਸੀ ਨਾ, ਉਹਨੇ ਟੋਕਰਾ ਕੂੜੇ ਦਾ ਭਰਿਆ ਹੋਇਆ ਜਿਹੜਾ ਸੀ ਨਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਉੱਤੇ ਸੁੱਟ ਦਿੱਤਾ। ਜੇ ਕੋਈ ਸਾਡੇ ਵਰਗਾ ਹੁੰਦਾ ਨਾ, ਅਸੀਂ ਉਸੇ ਵੇਲੇ ਤੱਤੇ ਹੋ ਜਾਂਦੇ, ਮਾੜੀ ਜੀ ਕੋਈ ਛੇਤੀ ਸਾਡੇ ਕੱਪੜੇ ਤੇ ਪੈ ਜਾਏ,
ਕੱਪੜੇ ਤੇ ਦੂਰ ਦੀ ਗੱਲ ਹੈ, ਸਾਡੀ ਗੱਡੀ ਨੂੰ ਕੋਈ ਗੰਦਾ ਕਰ ਜਾਏ ਨਾ, ਅਸੀਂ ਉਹਨੂੰ ਗਾਲਾਂ ਕੱਢਣ ਨੂੰ ਪੈਂਦੇ ਹਾਂ। ਉਹਦੇ ਕੱਪੜੇ ਪਾੜਨ ਤੱਕ ਜਾਂਦੇ। ਸਾਡੀ ਗੱਡੀ ਦੇ ਉੱਤੇ ਛਿੱਟਾਂ ਕਿਵੇਂ ਪਾ ਦਿੱਤੀਆਂ, ਤੈਨੂੰ ਤੁਰਨਾ ਨਹੀਂ ਆਉਂਦਾ, ਤੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ। ਪਰ ਧੰਨ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜਦੋਂ ਉਹ ਟੋਕਰਾ ਕੂੜੇ ਦਾ ਭਰਿਆ ਹੋਇਆ ਕਰਮੋਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਉੱਤੇ ਸੁੱਟਿਆ। ਵੇਖੋ ਕਿੰਨਾ ਵੱਡਾ ਧੀਰਜ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁੱਸਾ ਨਹੀਂ ਕੀਤਾ, ਤਪੇ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਘਰ ਆਏ, ਇਸ਼ਨਾਨ ਪਾਣੀ ਕੀਤਾ, ਕੱਪੜੇ ਬਦਲੇ, ਨਵੇਂ ਕੱਪੜੇ ਪਾ ਕੇ ਤੇ ਦੁਬਾਰਾ ਫਿਰ ਆਸਾ ਦੀ ਵਾਰ ਦੇ ਵਿੱਚ ਗਏ। ਅੱਜ ਲੇਟ ਗਏ ਸਨ। ਆਸਾ ਦੀ ਵਾਰ ਦਾ ਜਦੋਂ ਭੋਗ ਪਿਆ ਨਾ, ਤੇ ਭਾਈ ਗੁਰਦਾਸ ਜੀ ਨੇ ਬੇਨਤੀ ਕਰ ਦਿੱਤੀ, ਸੱਚੇ ਪਾਤਸ਼ਾਹ ਤੁਸੀਂ ਲੇਟ ਆਏ ਹੋ, ਕੀ ਗੱਲ ਹੈ, ਕੋਈ ਗੱਲ ਜਾਪਦੀ ਹੈ? ਤੇ ਉਸ ਵੇਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਭਾਈ ਗੁਰਦਾਸ ਜੀ ਮਾਮਾ ਜੀ ਲੱਗਦੇ ਸਨ। ਭਾਈ ਗੁਰਦਾਸ ਜੀ ਬੀਬੀ ਭਾਨੀ ਦੇ ਭਰਾ ਲੱਗਦੇ ਸਨ। ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕਰਨ ਲੱਗੇ, ਭਾਈ ਗੁਰਦਾਸ ਜੀ ਕੋਈ ਸਾਡਾ ਸਹਿਜ ਭੰਗ ਕਰਨਾ ਚਾਹੁੰਦਾ, ਕੋਈ ਸਾਡਾ ਧੀਰਜ ਪਰਖਣਾ ਚਾਹੁੰਦਾ ਹੈ, ਕੋਈ ਸਾਡੇ ਅੰਦਰ ਦੀ ਸ਼ਾਂਤੀ ਭੰਗ ਕਰਨਾ ਚਾਹੁੰਦਾ, ਭਲਾ ਇਸ ਤਰ੍ਹਾਂ ਸਾਡਾ ਸਹਿਜ ਭੰਗ ਹੋ ਜਾਏਗਾ? ਕੋਈ ਸਾਡੇ ਉੱਤੇ ਕੂੜਾ ਸੁੱਟੇ ਤੇ ਇਸ ਤਰ੍ਹਾਂ ਸਾਡਾ ਸਹਿਜ ਭੰਗ ਹੋ ਜਾਵੇਗਾ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਭਾਈ ਗੁਰਦਾਸ ਜੀ ਉਹ ਕੂੜੇ ਦਾ ਢੇਰ, ਟੋਕਰਾ ਭਰਿਆ ਹੋਇਆ ਕੂੜਾ ਸੁੱਟਣ ਦੇ ਨਾਲ ਤੇ ਮੇਰਾ ਸਹਿਜ ਕੀ ਭੰਗ ਹੋਣਾ ਹੈ? ਮੇਰੇ ਸਿਰ ਦੇ ਉੱਤੇ ਤੇ ਕੋਈ ਤੱਤੀ ਤੱਤੀ ਰੇਤ ਦੇ ਕੜਛੇ ਵੀ ਪਾਵੇਗਾ ਨਾ, ਮੇਰਾ ਸਹਿਜ ਉਸ ਦਿਨ ਵੀ ਭੰਗ ਨਹੀਂ ਹੋਣਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਬਚਨ ਕੀਤਾ। ਉਹ ਕਰਮੋਂ ਜਿਹੜੀ ਸੀ ਉਹਦੇ ਤੱਤੇ ਤੱਤੇ ਬੋਲ, ਉਹਦਾ ਸੁੱਟਿਆ ਹੋਇਆ ਕੂੜਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੇਖੋ ਕਿੰਨੇ ਸਹਿਜ ਦੇ ਵਿੱਚ ਨੇ, ਕਿੰਨੇ ਧੀਰਜ ਦੇ ਵਿੱਚ ਨੇ। ਇੱਥੇ ਤੁਹਾਨੂੰ ਮੈਂ ਇੱਕ ਨੁਕਤਾ ਦੱਸਦਾ ਜਾਵਾਂ ਸਤਸੰਗੀ ਜਨੋ, ਤੁਹਾਡੇ ਵਾਸਤੇ ਕੋਈ ਮਾੜੇ ਬੋਲ ਕਬੋਲ ਬੋਲਦਾ ਹੈ, ਕੋਈ ਤੁਹਾਡੀ ਨਿੰਦਿਆ ਕਰਦਾ ਹੈ ਨਾ, ਅਗਰ ਤੁਹਾਡਾ ਅੰਦਰ ਤਪ ਜਾਂਦਾ, ਤੁਸੀਂ ਤੱਤੇ ਹੋ ਜਾਂਦੇ ਹੋ, ਸਮਝ ਲਿਓ ਅਜੇ ਤੱਕ ਤੁਹਾਨੂੰ ਨਾਮ ਦਾ ਰੰਗ ਨਹੀਂ ਚੜਿਆ। ਜਿੱਦਣ ਤੁਹਾਨੂੰ ਨਾਮ ਦਾ ਰੰਗ ਚੜ ਗਿਆ ਨਾ, ਕਿਸੇ ਦੀਆਂ ਕੱਢੀਆਂ ਹੋਈਆਂ ਗਾਲਾਂ, ਕਿਸੇ ਦੇ ਬੋਲੇ ਹੋਏ ਬੋਲ ਕਬੋਲ ਤੁਹਾਨੂੰ ਮਿੱਠੇ ਲੱਗਣਗੇ ਜਦੋਂ ਨਾਮ ਦਾ ਰੰਗ ਚੜ ਗਿਆ। ਇਹ ਧਿਆਨ ਰੱਖਿਆ ਜੀ, ਉਹ ਗਾਲਾਂ ਮਿੱਠੀਆਂ ਲੱਗਣਗੀਆਂ। ਭਗਤ ਤੁਲਸੀਦਾਸ ਜੀ ਇੱਕ ਆਪਣੇ ਦੋਹੇ ਵਿੱਚ ਲਿਖਦੇ ਨੇ, ਹੇ ਸੱਚੇ ਪਾਤਸ਼ਾਹ ਮੈਂ ਇਹੋ ਜਿਹੀ ਰਹਿਣੀ ਕਦੋਂ ਰਵਾਂਗਾ ਜਦੋਂ ਕਿਸੇ ਦੇ ਕੱਢੇ ਹੋਏ ਬੋਲ ਕਬੋਲ, ਕਿਸੇ ਦੇ ਕੌੜੇ ਬੋਲ ਮੈਨੂੰ ਮਿੱਠੇ ਲੱਗਣਗੇ। ਸੱਚੇ ਪਾਤਸ਼ਾਹ ਉਹ ਅਵਸਥਾ ਮੇਰੇ ਤੇ ਕਦੋਂ ਆਵੇਗੀ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਭਾਈ ਗੁਰਦਾਸ ਜੀ ਨੂੰ ਦੱਸਿਆ ਤੇ ਭਾਈ ਗੁਰਦਾਸ ਆਖਣ ਲੱਗੇ, ਸੱਚੇ ਪਾਤਸ਼ਾਹ ਤੁਹਾਡੇ ਉੱਤੇ ਕੂੜਾ ਸੁੱਟਣ ਵਾਲੇ ਨੂੰ ਤੇ ਉਹਦੇ ਹੱਥਾਂ ਨੂੰ ਕੋੜ ਹੋ ਜਾਣਾ ਚਾਹੀਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸੇ ਵੇਲੇ ਰੋਕਿਆ, ਭਾਈ ਗੁਰਦਾਸ ਜੀ ਨਾ ਐਦਾਂ ਦਾ ਬਚਨ ਨਾ ਕਰਿਆ, ਜੇ ਤੁਹਾਡਾ ਬਚਨ ਸੱਤ ਹੋ ਜਾਣਾ। ਰੋਕਿਆ। ਅਗਲੇ ਦਿਨ ਹੀ, ਕਿਉਂਕਿ ਭਾਈ ਗੁਰਦਾਸ ਵੀ ਮਹਾਨ ਤਤਵੇ ਤੇ ਮਹਾਪੁਰਸ਼ ਸਨ, ਬ੍ਰਹਮ ਗਿਆਨੀ ਸਾਧ ਸਨ, ਜਦੋਂ ਬਚਨ ਨਿਕਲ ਗਿਆ ਤੇ ਅਗਲੇ ਦਿਨ ਉਹ ਕਰਮੋਂ ਜਿਹੜੀ ਹੈ ਤਈਆ ਤਾਪ ਚੜ ਗਿਆ। 3 ਦਿਨ ਤੱਕ ਤੜਪਦੀ ਰਹੀ, ਹੱਥਾਂ ਦੇ ਉੱਤੇ ਫੋੜੇ ਨਿਕਲ ਆਏ, ਸਾਧ ਸੰਗਤ ਕੋੜ ਹੋ ਗਿਆ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ, ਵੇਖੋ ਜਿਹਨੇ ਕੂੜਾ ਸੁੱਟਿਆ ਸੀ ਨਾ, ਜਿਹੜੀ ਰੋਜ਼ ਹੀ ਗਾਣਾ ਕੱਢਦੀ ਏ, ਬੋਲ ਕਬੋਲ ਬੋਲਦੀ ਏ, ਸਭ ਗੱਜ ਕੇ ਆਖੋ ਧੰਨ ਸਤਿਗੁਰੂ ਅਰਜਨ ਦੇਵ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਆਖਣ ਲੱਗੇ, ਗੰਗਾ ਤੇਰੀ ਭਰਜਾਈ ਦੇ ਹੱਥਾਂ ਦੇ ਪਤਾ ਲੱਗਾ ਕੋੜ ਹੋ ਗਿਆ, ਜਾ ਕੇ ਉਹਨੂੰ ਹਰ ਕੀ ਪੈੜੀ ਤੇ ਇਸ਼ਨਾਨ ਕਰਵਾ, ਉਹਦਾ ਕੋੜ ਦੂਰ ਹੋਵੇ, ਉਹਦੀ ਸੇਵਾ ਕਰ। ਇਹ ਆ ਸਿੱਖੀ। ਤੁਹਾਡੇ ਵਿੱਚੋਂ ਕਈ ਸਰੀਰ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੋਣਗੇ। ਬਾਦਸ਼ਾਹ ਕਹਿੰਦੇ ਨੇ, ਮਨ ਆਪਣੇ ਤੇ ਬੁਰਾ ਮਿਟਾਨਾ, ਵੇਖੇ ਸਗਲ ਸ੍ਰਿਸ਼ਟ ਸਾਜਣਾ ਸਾਰਿਆਂ ਦੇ ਵਿੱਚ ਉਹਨੂੰ ਵੇਖ, ਕਿਸੇ ਵਾਸਤੇ ਆਪਣੇ ਅੰਦਰ ਬੁਰਾਈ ਨਾ ਰੱਖ। ਇਹੀ ਗੱਲ ਤੇ ਬਾਬਾ ਫਰੀਦ ਵੀ ਆਖਦੇ ਨੇ ਉੱਪਰ ਕੇ, ਓ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਹਿਜ ਦਾ ਚੰਦੋਆ ਤਾਣਿਆ ਹੋਇਆ, ਧੀਰਜ ਨੂੰ ਆਪਣਾ ਧਰਮ ਬਣਾਇਆ ਹੋਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਮੈਂ ਅਰਜ਼ ਕਰਾਂ, ਬਾਬੇ ਪ੍ਰਿਥੀ ਚੰਦ ਦੀ ਈਰਖਾ ਦਿਨੋਂ ਦਿਨ ਵੱਧਦੀ ਗਈ। ਮਾਲਵੇ ਵੱਲ ਚਲਾ ਗਿਆ, ਉੱਥੇ ਜਾ ਕੇ ਮੰਦਿਰ ਬਣਾ ਲਏ, ਹੇਹਰ ਪਿੰਡ ਵਿੱਚ ਸਰੋਵਰ ਬਣਾ ਲਿਆ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਮਰਵਾਉਣ ਵਾਸਤੇ, ਮੈਂ ਡਿਟੇਲ ਦੇ ਵਿੱਚ ਨਹੀਂ ਜਾਣਾ, ਸਮਾਂ ਥੋੜਾ ਹੈ ਮੇਰੇ ਕੋਲ, ਆਪਣੇ ਮਿੱਤਰ ਸੁਲਹੀ ਖਾਨ ਨੂੰ ਚਿੱਠੀ ਲਿਖੀ ਕਿ ਮੇਰਾ ਦੁਸ਼ਮਣ ਜਿਉਂਦਾ, ਇਹਨੂੰ ਖਤਮ ਕਰ ਦੇ। ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੁਲਹੀ ਖਾਨ 10,000 ਦੀ ਫੌਜ ਲੈ ਕੇ ਤੁਹਾਨੂੰ ਮਾਰਨ ਵਾਸਤੇ ਆ ਰਹੇ। ਤੇ ਉਸ ਵੇਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਹੁਣ ਸਾਨੂੰ ਕੋਈ ਬੰਦਾ ਆ ਕੇ ਦੱਸ ਦੇ ਵੀ ਫਲਾਣਾ ਬੰਦਾ ਤੈਨੂੰ ਮਾਰਨ ਵਾਸਤੇ ਬੰਦੂਕ ਚੁੱਕੀ ਫਿਰਦਾ, ਅਸੀਂ ਤੇ ਭੱਜਾਂਗੇ ਨਾ, ਇੰਤਜ਼ਾਮ ਕਰਾਂਗੇ, ਪੁਲਿਸ ਵਾਲਿਆਂ ਦੇ ਕੋਲ ਜਾਵਾਂਗੇ, ਕੋਈ ਆਪਣੀ ਸਿਕਿਉਰਿਟੀ ਦਾ ਪ੍ਰਬੰਧ ਕਰਾਂਗੇ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕੋ ਦਮ ਸ਼ਾਂਤ ਬੈਠੇ ਹੋਏ ਨੇ। ਸਤਿਗੁਰੂ ਜੀ ਬਚਨ ਕੀਤਾ, ਉਹ ਮੇਰੇ ਤੱਕ ਪਹੁੰਚੇਗਾ ਤੇ ਤਾਂ ਹੀ ਮੈਨੂੰ ਮਾਰੇਗਾ। ਰਸਤੇ ਦੇ ਵਿੱਚ ਹੀ ਬਾਬੇ ਪ੍ਰਿਥੀ ਚੰਦ ਕੋਲ ਗਿਆ, ਇੱਟਾਂ ਦੇ ਆਵੇ ਵੇਖਣ ਗਏ। ਸੁਲਹੀ ਖਾਨ ਦੇ ਘੋੜੇ ਦੇ ਅੱਗੋਂ ਕੋਈ ਜਾਨਵਰ ਲੰਘਿਆ, ਘੋੜਾ ਬੇਕਾਬੂ ਹੋ ਗਿਆ, ਇੱਟਾਂ ਦੇ ਆਵੇ ਤੇ ਚੜ ਗਿਆ, ਆਵਾ ਥੱਲੇ ਧਸ ਗਿਆ, ਸਣੇ ਘੋੜੇ ਸੁਲਹੀ ਖਾਨ ਜਿਹੜਾ ਸੀ ਸੜ ਕੇ ਮਰ ਗਿਆ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਸੁਲਹੀ ਤੇ ਨਾਰਾयण राख, सुलही का हाथ कहीं ना पहुंचे, सुलही होए मुआ नापाक हो के मरिया। क्योंकि मुसलमान सड़के नहीं, वो दफनाउंदे ने, क्योंकि सुलही खान सड़के मरिया सी, इस करके आंदे ने जेड़ा कोई सड़के मरे ना ओदी गति नहीं हुंदी। मुसलमानां दे विच इह गल सड़के मर गया सुने घोड़े। ते दूसरे पासे दीवान चंदू शाह ਇਹਦੇ ਪੰਡਤ ਸਾਕ ਕਰ ਗਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਨੂੰ। ਜਦੋਂ ਪੰਡਤ ਵਾਪਸ ਆਏ ਤੇ ਦੀਵਾਨ ਚੰਦੂ ਸ਼ਾਹ ਨੇ ਪੁੱਛਿਆ, ਹਾਂ ਭਈ ਉਹ ਕਿਸ ਤਰ੍ਹਾਂ ਦਾ ਵਰ ਲੱਭ ਕੇ ਆਏ ਹੋ? ਪੰਡਤਾਂ ਨੇ ਆਖਿਆ, ਉਹ ਦੀਵਾਨ ਚੰਦੂ ਸ਼ਾਹ ਤੇਰੀ ਲੜਕੀ ਬੜੇ ਭਾਗਾਂ ਵਾਲੀ, ਕੋਈ ਚੰਗਾ ਕਰਮ ਉਹਨੇ ਕੀਤਾ ਸੀ। ਆਖਣ ਲੱਗਾ ਘਰ ਕਿਸ ਤਰ੍ਹਾਂ ਦਾ ਹੈ? ਆਖਣ ਲੱਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੱਦੀ ਦੇ ਮਾਲਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਪੁੱਤਰ ਹਰਗੋਬਿੰਦ ਦੇ ਨਾਲ ਤੇਰੀ ਲੜਕੀ ਦਾ ਸਾਥ ਕਰਕੇ ਆਏ। ਉਹਨਾਂ ਦੇ ਕੋਲ ਧਨ ਦੌਲਤ ਬਹੁਤ ਜ਼ਿਆਦਾ ਹੈ। ਹਰਗੋਬਿੰਦ ਤੇ ਸੋਹਣਾ ਹੀ ਇੰਨਾ, ਜਿਸ ਤਰ੍ਹਾਂ ਸੁੰਦਰਤਾ ਨੇ ਆਪ ਰੂਪ ਧਾਰਿਆ ਹੋਵੇ, ਜਿਸ ਤਰ੍ਹਾਂ ਕਾਮਦੇਵ ਨੇ ਰੂਪ ਧਾਰਿਆ ਹੋਵੇ। ਤੇ ਉਹਨਾਂ ਦੀ ਕੁੱਲ ਬੜੀ ਉੱਚੀ, ਸੋਢੀਆਂ ਦੀ ਕੁੱਲ ਆ। ਤੇ ਉਸ ਵੇਲੇ ਦੀਵਾਨ ਚੰਦੂ ਸ਼ਾਹ ਜਿਹੜਾ ਸੀ ਨਾ, ਸੜ ਬਲ ਗਿਆ, ਆਖਣ ਲੱਗਾ ਮੇਰੀ ਬਰਾਬਰੀ ਦਾ ਘਰ ਤੇ ਵੇਖ ਲੈਂਦੇ। ਉਹ ਚੌਥੇ ਨੰਬਰ ਦੇ ਖੱਤਰੀ ਨੇ, ਮੈਂ ਪਹਿਲੇ ਦਰਜੇ ਦਾ ਖੱਤਰੀ ਆ। ਖੱਤਰੀਆਂ ਦੇ ਵਿੱਚ ਵੀ ਕੈਟਾਗਰੀਆਂ ਹੁੰਦੀਆਂ ਨੇ। ਆਖਣ ਲੱਗਾ ਮੈਂ ਪਹਿਲੇ ਦਰਜੇ ਦਾ ਖੱਤਰੀ ਆ, ਚੌਥੇ ਦਰਜੇ ਦੇ ਖੱਤਰੀ ਨੇ, ਤੁਸੀਂ ਮੇਰੀ ਬਰਾਬਰੀ ਦਾ ਘਰ ਤੇ ਵੇਖ ਲੈਂਦੇ। ਜਿਹੜੀ ਮੇਰੀ ਜਾਤ ਆ, ਮੇਰੀ ਜਿਹੜੀ ਕੁੱਲ ਆ, ਉਹ ਇਸ ਤਰ੍ਹਾਂ ਜਿਸ ਤਰ੍ਹਾਂ ਘਰ ਦਾ ਚੁਬਾਰਾ ਹੁੰਦਾ ਤੇ ਉਹਨਾਂ ਦੀ ਗੋਤ, ਉਹਨਾਂ ਦੀ ਜਾਤ ਇਸ ਤਰ੍ਹਾਂ ਜਿਸ ਤਰ੍ਹਾਂ ਘਰ ਦੀ ਮੋਰੀ ਹੁੰਦੀ ਹੈ। ਤੁਸੀਂ ਚੌਬਾਰੇ ਦੀ ਅਟਮੋਰੀ ਨੂੰ ਲਾ ਆਏ ਹੋ। ਕੀ ਹੋਇਆ? ਗੁਰੂ ਅਰਜਨ ਦੇਵ ਨੂੰ 4 ਬੰਦੇ ਮੱਥਾ ਟੇਕਦੇ ਨੇ, ਉਹ ਸੰਗਤ ਆ ਕੇ ਮੱਥਾ ਟੇਕਦੀ ਹੈ ਤਾਂ ਉਹਦੇ ਘਰ ਦਾ ਗੁਜ਼ਾਰਾ ਚੱਲਦਾ। ਫਕੀਰਾਂ ਵੱਲ ਮੇਰੀ ਲੜਕੀ ਦਾ ਸਾਥ ਕਰ ਆਏ ਹੋ। ਮਾੜੇ ਬੋਲ ਕਬੋਲ ਬੋਲਦਾ, ਗੁਰੂ ਘਰ ਦੀ ਨਿੰਦਿਆ ਕਰਦਾ। ਤੇ ਜਿਹੜਾ ਗੁਰੂ ਘਰ ਦੀ ਨਿੰਦਿਆ ਕਰਦਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਿਖਦੇ ਨੇ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮਹਿ ਹੋਇਆ, ਨਰਕ ਘੋਰ ਦੁੱਖ ਖੂਹ ਹੈ, ਉਥੇ ਪਕੜ ਉਹ ਟੋਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਅਸ਼ਟਪਦੀ ਇਸੇ ਗੱਲ ਦੇ ਉੱਤੇ ਹੀ ਸੁਖਮਣੀ ਸਾਹਿਬ ਦੇ ਵਿੱਚ 13ਵੀਂ ਅਸ਼ਟਪਦੀ ਇਸੇ ਗੱਲ ਤੇ ਉਚਾਰਨ ਕਰ ਦਿੱਤੀ ਕਿ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਨੇ, ਸੰਤਾਂ ਨੂੰ ਦੁੱਖ ਦਿੰਦੇ ਨੇ, ਪਾਤਸ਼ਾਹ ਕਹਿੰਦੇ ਨੇ ਸੰਤ ਸਰਨ ਜੋ ਜਨ ਪਰੇ, ਸੋ ਜਨ ਉਦਰਨ ਹਾਰ। ਤੇ ਅੱਗੇ ਪਾਤਸ਼ਾਹ ਕਰਕੇ ਕੀ ਆਂਦੇ ਨੇ, ਉਹ ਜੀ ਸੰਤ ਕੀ ਨਿੰਦਾ ਨਾਨਕਾ ਬਹੁ ਬਹੁਰ ਅਵਤਾਰ, ਸੰਤ ਕੀ ਨਿੰਦਾ ਨਾਨਕਾ ਬਹੁ ਬਹੁਰ
ਦੀਵਾਨ ਚੰਦੂ ਸ਼ਾਹ ਆਖਣ ਲੱਗਾ ਤੁਸੀਂ ਬ੍ਰਾਹਮਣ ਹੋ, ਪੰਡਤ ਹੋ, ਤੁਹਾਡੀ ਗੱਲ ਨੂੰ ਮੈਂ ਕੱਟ ਨਹੀਂ ਸਕਦਾ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬ੍ਰਾਹਮਣਾਂ ਦੀ ਗੱਲ ਨੂੰ, ਪੰਡਤਾਂ ਦੀ ਗੱਲ ਨੂੰ, ਪੰਡਤ ਜਿੱਥੇ ਸਾਕ ਕਰ ਆਉਂਦੇ ਸਨ ਮੰਨਿਆ ਜਾਂਦਾ ਸੀ। ਆਖਣ ਲੱਗਾ ਜਾਓ ਸਗਣ ਦਾ ਸਮਾਨ ਲੈ ਜਾਓ ਤੇ ਹਰਗੋਬਿੰਦ ਨੂੰ ਸਗਾਈ ਦਾ ਤਿਲਕ ਲਾਓ। ਇੱਧਰ ਸਿੱਖਾਂ ਨੂੰ ਪਤਾ ਲੱਗਿਆ ਸਾਰਾ ਹਾਲ ਚਿੱਠੀ ਦੇ ਵਿੱਚ ਲਿਖ ਕੇ ਸਤਿਗੁਰਾਂ ਨੂੰ ਦੱਸਿਆ। ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਤੇ ਇਹ ਸਾਕ ਜਿਹੜਾ ਸੀ ਉਹ ਚਿੱਠੀ ਦੇ ਵਿੱਚ ਪੜ੍ਹ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪਤਾ ਲੱਗ ਗਿਆ ਕਿ ਦੀਵਾਨ ਚੰਦੂ ਸ਼ਾਹ ਜਿਹੜਾ ਹੈ ਗੁਰੂ ਘਰ ਵਾਸਤੇ ਮਾੜੇ ਬੋਲ ਕਬੋਲ ਬੋਲੇ ਨੇ, ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ, ਆਪਣੇ ਆਪ ਨੂੰ ਹੰਕਾਰੀ ਬਣਿਆ ਹੋਇਆ ਚੁਬਾਰਾ ਦੱਸਦਾ ਤੇ ਗੁਰੂ ਘਰ ਨੂੰ ਮੋਰੀ ਦੱਸਦਾ ਹੈ, ਕੁੱਤੇ ਵਾਂਗੂ ਭੌਂਕਦਾ ਹੈ। ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਲਫ਼ਜ਼ ਵਰਤੇ ਨੇ। ਉਸ ਵੇਲੇ ਚਿੱਠੀ ਦੇ ਵਿੱਚ ਸਿੱਖਾਂ ਨੇ ਇਹ ਗੱਲ ਲਿਖੀ ਸੀ ਕਿ ਸੱਚੇ ਪਾਤਸ਼ਾਹ ਉਹ ਕੁੱਤੇ ਵਾਂਗੂ ਭੌਂਕ ਰਿਹਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਕ ਤੋੜ ਦਿੱਤਾ। ਦੀਵਾਨ ਚੰਦੂ ਸ਼ਾਹ ਉਸੇ ਦਿਨ ਤੋਂ ਗੁਰੂ ਘਰ ਦਾ ਵੈਰੀ ਬਣ ਗਿਆ ਕਿ ਮੈਂ ਜੇ ਆਪਣੀ ਬੇਇੱਜ਼ਤੀ ਦਾ ਬਦਲਾ ਨਾ ਗੁਰੂ ਅਰਜਨ ਦੇਵ ਤੋਂ ਲਿਆ ਤੇ ਮੈਂ ਵੀ ਬਾਦਸ਼ਾਹ ਅਕਬਰ ਦਾ ਦੀਵਾਨ ਨਹੀਂ। ਹੋਇਆ ਕਿ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਅਕਬਰ ਨੇ ਦਿੱਲੀ ਤੋਂ ਪੰਜਾਬ ਨੂੰ ਆਉਣ ਜਾਣ ਵਾਲਾ ਇੱਕ ਰਸਤਾ ਬਣਵਾਇਆ ਸੀ, ਇੱਕ ਮਾਰਗ ਬਣਵਾਇਆ ਸੀ ਜਿਹਦਾ ਨਾਮ ਸੀ ਸ਼ੇਰ ਸ਼ਾਹ ਸੂਰੀ ਮਾਰਗ। ਇਸੇ ਰਸਤੇ ਦੇ ਥਾਣੀ ਜੇ ਕਿਸੇ ਨੇ ਦੇਵੀ ਦੀ ਯਾਤਰਾ ਕਰਨ ਜਾਣਾ ਤੇ ਉਹ ਵੀ ਇਸ ਰਸਤੇ ਥਾਣੀ ਜਾ ਰਿਹਾ। ਜੇ ਕਿਸੇ ਨੇ ਦਿੱਲੀ ਗਾਜ਼ੀਆਬਾਦ ਦੇ ਕੋਲ ਸੁਲਤਾਨੀਏ ਪੀਰ ਦੀ ਕਿਸੇ ਨੇ ਜ਼ਿਆਰਤ ਕਰਨ ਜਾਣਾ ਹੈ, ਉਹ ਜਥਾ ਵੀ ਇਧਰੋਂ ਜਾ ਰਿਹਾ ਮੁਸਲਮਾਨਾਂ ਦਾ ਲੰਘ ਕੇ। ਜੇ ਅੱਗੇ ਕਿਸੇ ਨੇ ਨਗਾਹੀਏ ਪੀਰ ਦੀ ਜ਼ਿਆਰਤ ਕਰਨ ਜਾਣਾ, ਉਹ ਵੀ ਇਸ ਰਸਤੇ ਥਾਣੀ ਜਾ ਰਿਹਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੋਚਿਆ ਕਿ ਇੱਥੋਂ ਮੁਸਾਫਰ ਬੜੇ ਲੰਘਦੇ ਨੇ, ਇੱਥੇ ਇੱਕ ਗੁਰਦੁਆਰਾ ਬਣਾਉਣਾ ਚਾਹੀਦਾ ਹੈ, ਸਾਰੇ ਲੰਗਰ ਛਕਣ। ਇੱਥੇ ਇੱਕ ਵੱਡਾ ਗੁਰਦੁਆਰਾ ਰੋਡ ਦੇ ਉੱਪਰ ਬਣਾਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜਿਹਦਾ ਨਾਮ ਸੀ ਤਰਨਤਾਰਨ ਸਾਹਿਬ। ਸੰਸਾਰ ਦੇ ਵਿੱਚ ਸਭ ਤੋਂ ਵੱਡਾ ਸਰੋਵਰ ਜਿਹੜਾ ਹੈ ਨਾ ਤਰਨਤਾਰਨ ਸਾਹਿਬ ਗੁਰਦੁਆਰੇ ਦਾ, ਇੱਥੇ ਵੱਡਾ ਸਰੋਵਰ ਬਣਾਇਆ। ਇਹ ਯਾਤਰੀ ਇੱਥੋਂ ਲੰਘਦੇ ਸਨ, ਲੰਗਰ ਛਕਦੇ ਸਨ, ਰਾਤ ਨੂੰ ਰੁਕਦੇ ਸਨ ਤੇ ਦਰਸ਼ਨ ਕਰਕੇ ਉਹ ਭਾਈ ਮੰਝ ਚੌਧਰੀ ਵਰਗੇ 12 ਪਿੰਡਾਂ ਦਾ ਮਾਲਕ ਸੀ ਭਾਈ ਮੰਝ ਚੌਧਰੀ। ਜਦੋਂ ਦਰਸ਼ਨ ਕੀਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ, ਇਸਲਾਮ ਮਤ ਨੂੰ ਛੱਡ ਕੇ ਤੇ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਿਆ। ਕਬਰਾਂ ਢਾ ਦਿੱਤੀਆਂ। ਇੱਥੋਂ ਲੰਘਿਆ ਲੰਗਾ ਚੌਧਰੀ, ਰਾਤ ਨੂੰ ਲੰਗਰ ਪ੍ਰਸ਼ਾਦਾ ਛਕਿਆ, ਸਵੇਰੇ ਦਰਸ਼ਨ ਕੀਤਾ ਤੇ ਸਤਿਗੁਰਾਂ ਦਾ ਮੁਰੀਦ ਬਣ ਕੇ ਰਹਿ ਗਿਆ। ਇੱਥੋਂ ਲੰਘਿਆ ਭਾਈ ਬਹਿਲੋ ਆਪਣਾ ਜਥਾ ਲੈ ਕੇ ਰਾਤ ਨੂੰ ਰੁਕਿਆ, ਲੰਗਰ ਛਕਿਆ, ਸਵੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਤੇ ਸਤਿਗੁਰਾਂ ਦਾ ਮੁਰੀਦ ਬਣ ਕੇ ਰਹਿ ਗਿਆ। ਜਿਨ੍ਹਾਂ ਨੇ ਇਸਲਾਮ ਦਾ ਪ੍ਰਚਾਰ ਕਰਨਾ ਸੀ, ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ। ਘਰਾਂ ਦੇ ਵਿੱਚੋਂ ਕਬਰਾਂ ਢਵਾ ਦਿੱਤੀਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਇਸਲਾਮ ਮਤ ਨੂੰ ਘਾਟਾ ਪੈਣ ਲੱਗ ਪਿਆ। ਇਸਲਾਮ ਦਾ ਇੱਕ ਵੱਡਾ ਖਲੀਫਾ ਸੀ ਸ਼ੇਖ ਅਹਿਮਦ ਫਰੀਦ ਬੁਖਾਰੀ। ਇਹ ਕੋਈ ਮੌਕਾ ਲੱਭਣ ਦਿਆ ਸੀ ਕਿ ਮੈਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਆਪਣੇ ਰਸਤੇ ਤੋਂ ਹਟਾਵਾਂ। ਇਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤਿਆਰ ਕਰਨ ਦੇ ਸਨ। ਸਾਰੇ ਭਗਤਾਂ ਸੰਤਾਂ ਦੀ ਬਾਣੀ ਲਿਆ ਕੇ ਉਹਦੇ ਵਿੱਚ ਦਰਜ ਕੀਤੀ। 4 ਭਗਤ ਆਏ, ਕਾਨਾ ਆਇਆ, ਪੀਲੂ, ਛੱਜੂ ਤੇ ਸ਼ਾਹ ਹਸਨ। ਇਹਨਾਂ ਨੇ ਆਖਿਆ ਵੀ ਸਾਡੀ ਬਾਣੀ ਵੀ ਦਰਜ ਕਰੋ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਆਖਿਆ ਭਾਈ ਇਹਨਾਂ ਦੀ ਬਾਣੀ ਪਹਿਲਾਂ ਵਿਚਾਰੀ ਹੈ ਪੜ੍ਹ ਕੇ। ਬਾਬਾ ਬੁੱਢਾ ਜੀ ਨੂੰ ਨਾਂ ਲਿਆ, ਬਾਣੀ ਪੜ੍ਹ ਕੇ ਵਿਚਾਰੀ। ਸੱਚੇ ਪਾਤਸ਼ਾਹ ਆਖਣ ਲੱਗੇ ਭਈ ਤੁਹਾਡਾ ਵਿਚਾਰ ਜਿਹੜਾ ਸਾਡੇ ਵਿਚਾਰ ਦੇ ਨਾਲ ਰਲਦਾ ਨਹੀਂ, ਤੁਹਾਡਾ ਆਸ਼ਾ ਸਾਡੇ ਆਸ਼ੇ ਦੇ ਨਾਲ ਰਲਦਾ ਨਹੀਂ, ਤੁਹਾਡੀ ਬਾਣੀ ਨੂੰ ਦਰਜ ਨਹੀਂ ਕੀਤਾ ਜਾ ਸਕਦਾ। ਵਾਪਸ ਚਲੇ ਗਏ। ਜਾ ਕੇ ਦੀਵਾਨ ਚੰਦੂ ਸ਼ਾਹ ਨੂੰ ਚੁਗਲੀ ਕੀਤੀ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ, ਗੁਰ ਅਰਜਨ ਨੇ ਇੱਕ ਇਹੋ ਜਿਹਾ ਗ੍ਰੰਥ ਬਣਾਇਆ, ਉਹਦੇ ਵਿੱਚ ਇਸਲਾਮ ਦੇ ਖਿਲਾਫ ਬੜੀਆਂ ਗੱਲਾਂ ਲਿਖੀਆਂ ਨੇ, ਉਹਨੂੰ ਸੱਦ ਕੇ ਪੁੱਛਿਆ ਜਾਵੇ। ਦੀਵਾਨ ਚੰਦੂ ਸ਼ਾਹ ਨੇ ਅਕਬਰ ਨੂੰ ਇਹ ਫਰਿਆਦ ਕਰ ਦਿੱਤੀ। ਅਕਬਰ ਨੇ ਹੁਕਮਨਾਮਾ ਜਾਰੀ ਕੀਤਾ, ਭਾਈ ਉਹ ਗ੍ਰੰਥ ਸਾਡੇ ਦਰਬਾਰ ਦੇ ਵਿੱਚ ਲਿਆਂਦਾ ਜਾਵੇ, ਅਸੀਂ ਵੇਖਣਾ ਚਾਹੁੰਦੇ, ਵਾਚਣਾ ਚਾਹੁੰਦੇ ਆ ਉਹਨੂੰ। ਬਾਬਾ ਬੁੱਢਾ ਜੀ ਕੁਝ ਸੂਝਵਾਨ ਸਿੱਖ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਹੁਕਮ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਪਹਿਲੀ ਬੀੜ 974 ਸਫੇ ਦੀ ਧਿਆਨ ਰੱਖਿਆ ਜੇ। ਪਹਿਲੀ ਬੀੜ, ਪਹਿਲਾ ਦਰਬਾਰ ਜਿਹੜਾ ਤਿਆਰ ਹੋਇਆ ਸੀ, ਅੱਜ ਵਾਲਾ ਦਰਬਾਰ 1430 ਸਫਿਆਂ ਦਾ, ਉਹ ਦਰਬਾਰ 974 ਸਫਿਆਂ ਦਾ ਬਾਬਾ ਬੁੱਢਾ ਜੀ ਲੈ ਕੇ ਬੜੇ ਸਤਿਕਾਰ ਦੇ ਨਾਲ ਉੱਥੇ ਲਾਹੌਰ ਪਹੁੰਚਦੇ ਨੇ। ਇੱਕ ਵੱਡੇ ਸਿੰਘਾਸਨ ਦੇ ਉੱਤੇ, ਪਲੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ। ਬਾਦਸ਼ਾਹ ਅਕਬਰ ਨੇ ਆਖਿਆ ਹਾਂ ਬਈ ਇਹਦੇ ਵਿੱਚੋਂ ਕੋਈ ਵਾਕ ਲਓ, ਕੋਈ ਹੁਕਮਨਾਮਾ ਸਾਨੂੰ ਪੜ੍ਹ ਕੇ ਸੁਣਾਓ। ਦਰਬਾਰ ਭਰਿਆ ਹੋਇਆ, ਵੱਡੇ ਵੱਡੇ ਪੀਰ, ਔਲੀਏ, ਪੈਗੰਬਰ, ਵੱਡੇ ਵੱਡੇ ਖਲੀਫੇ ਦਰਬਾਰ ਦੇ ਵਿੱਚ ਬੈਠੇ ਹੋਏ ਨੇ। ਦੀਵਾਨ ਚੰਦੂ ਸ਼ਾਹ ਬੈਠਾ ਹੋਇਆ ਤੇ ਬਾਬਾ ਬੁੱਢਾ ਜੀ ਮਹਾਨ ਬ੍ਰਹਮ ਗਿਆਨੀ। ਉਸ ਵੇਲੇ ਪ੍ਰਕਾਸ਼ ਕਰਕੇ ਵਾਕ ਆਇਆ ਤਿਲੰਗ ਰਾਗ ਦੇ ਵਿੱਚੋਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਵਾਕ, ਰਾਗ ਤਿਲੰਗ, ਮਹੱਲਾ ਪਹਿਲਾ।
एक ओंकार सतनाम करता पुरख निर्भव निर्वैर अकाल मूरत अजूनी सह भंगुर प्रसाद। वाक ए निकलिया आंदे ने यक अर्ज गुप्तंग पेश तो दर गोस कुन करतार। ते अगे हम करके की आंदे ने ओ हक्का कबीर करीम तू बेऐब परवरदिगार। हक्का कबीर करीम तू बेऐब परवरदिगार। हक्का कबीर करीम तू बेऐब परवरदिगार। हक्का कबीर करीम करीम तू बेऐब परवरदिगार। अरबी फारसी सी अकबर दे समझ आ गई। आखन लगा ਇਹਦੇ ਵਿੱਚ ਤੇ ਨਿਰੋਲ ਪਰਵਰਦਗਾਰ ਦੀ ਸਿਫਤ ਹੋ ਰਹੀ ਹੈ। ਤੂੰ ਪਾਕ ਪਵਿੱਤਰ ਹੈ, ਤੂੰ ਸਾਰਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ ਹੈ, ਤੂੰ ਬਖਸ਼ਿਸ਼ ਕਰਨ ਵਾਲਾ ਹੈ। ਹੱਕਾ ਕਬੀਰ ਕਰੀਮ ਤੂੰ ਬੇऐਬ ਪਰਵਰਦਗਾਰ। ਅਕਬਰ ਬੜਾ ਖੁਸ਼ ਹੋਇਆ। ਦੀਵਾਨ ਚੰਦੂ ਸ਼ਾਹ ਆਖਣ ਲੱਗਾ ਇਹਨਾਂ ਨੇ ਆਪਣੇ ਮਤਲਬ ਦਾ ਵਾਕ ਕੱਢਿਆ, ਜਿੱਥੋਂ ਹੁਣ ਮੈਂ ਆਖਾਂਗਾ ਨਾ ਉੱਥੋਂ ਵਾਕ ਕੱਢਣਾ ਹੈ ਤੁਸੀਂ। ਦੀਵਾਨ ਚੰਦੂ ਸ਼ਾਹ ਆਖਣ ਲੱਗਾ ਥੋੜੇ ਜਿਹੇ ਸਫੇ ਪਲਟ ਕੇ ਅੱਗੋਂ ਵਾਕ ਲਵੋ। ਤੇ ਬਾਬਾ ਬੁੱਢਾ ਜੀ ਨੇ ਜਿਸ ਵੇਲੇ ਥੋੜੇ ਜਿਹੇ ਸਫੇ ਅੱਗੇ ਕਰਕੇ ਵਾਕ ਲਿਆ ਤੇ ਸ਼੍ਰੋਮਣੀ ਭਗਤ ਕਬੀਰ ਜੀ ਦਾ ਵਾਕ ਆਇਆ ਪ੍ਰਭਾਤੀ ਰਾਗ ਦੇ ਵਿੱਚੋਂ। ਤੇ ਬਾਬਾ ਬੁੱਢਾ ਜੀ ਨੇ ਵਾਕ ਐਂ ਕਰਕੇ ਉਚਾਰਨ ਕੀਤਾ, ओ अवल अल्लाह नूर पाया कुदरत के सब बंदे। उपजया कौन भले को मंदे। अकबर दे हाथ जुड़ गए। बाबा बुड्ढा जी नूं आखन लगा कि मैं राजा मैनू फरियादां सुननियां पैंदियां ने, शिकायतां सुननियां पैंदियां ने। गुरु अर्जन देव सच्चे पातशाह दे कोलों मेरे वल्लों माफी मंगिया। दरबार साहब बाबा बुड्ढा जी ले आए। हरमंदर साहब अमृतसर आ गए। उधर भरी सभा दे विच वड्डे वड्डे पीर औलीए जिहड़े सन उन्हां दे मूंह काले हो गए। आखन लगे असीं साडी ते मिट्टी पलीत हो गई है, ये बादशाह नहीं चाहिए, इहनूं बादशाह नूं बदलो। सारे धर्मां दा सत्कार करदा बादशाह ते ओ चाहिदा जिहड़ा कट्टड़ होवे। ये बादशाह बदलो फटाफट।
ਜਿਹੜਾ ਵੱਡਾ ਖਲੀਫਾ ਸੀ ਨਾ ਅਹਿਮਦ ਸ਼ੇਖ ਫਰੀਦ ਬੁਖਾਰੀ, ਅਕਬਰ ਇਹਦੀ ਬੜੀ ਇੱਜ਼ਤ ਕਰਦਾ ਸੀ। ਅਕਬਰ ਦੇ ਕੋਲ ਗਿਆ, ਜਾ ਕੇ ਆਖਣ ਲੱਗਾ ਤੁਹਾਡੇ ਦਰਬਾਰ ਦੇ ਵਿੱਚ ਇੱਕ ਬੰਦਾ ਨੌਕਰੀ ਤੇ ਰਖਾਉਣਾ, ਪਰ ਰਖਾਉਣਾ ਵੱਡੇ ਅਹੁਦੇ ਤੇ ਹੈ। ਆਖਣ ਲੱਗੇ ਜ਼ਰੂਰ ਮੰਤਰੀ ਬਣਾ ਦੇਾਂਗੇ, ਵਜ਼ੀਰ ਬਣਾ ਦੇਾਂਗੇ ਉਹਨੂੰ। ਇਸ ਸ਼ੇਖ ਅਹਿਮਦ ਫਰੀਦ ਬੁਖਾਰੀ ਨੇ ਆਪਣਾ ਚੇਲਾ ਮੁਰਤਜ਼ਾ ਖਾਨ, ਸ਼ੇਖ ਅਹਿਮਦ ਸਰਹੰਦੀ ਜਿਹੜਾ ਸੀ ਬਾਅਦ ਦੇ ਵਿੱਚ ਲਾਹੌਰ ਦਾ ਨਵਾਬ ਬਣਿਆ ਮੁਰਤਜ਼ਾ ਖਾਨ, ਇਹਨੂੰ ਨੌਕਰੀ ਤੇ ਰਖਾ ਦਿੱਤਾ, ਮੰਤਰੀ ਬਣ ਗਿਆ। ਸ਼ੇਖ ਫਰੀਦ ਬੁਖਾਰੀ ਨੇ ਆਪਣੇ ਚੇਲੇ ਨੂੰ ਆਖਿਆ ਕਿ ਤੇਰੇ ਕੋਲ 2 ਮਹੀਨੇ ਦਾ ਟਾਈਮ ਹੈ, ਸਿਰਫ 2 ਮਹੀਨੇ ਦਾ, 2 ਮਹੀਨੇ ਵਿੱਚ ਸਾਡਾ ਕੰਮ ਹੋ ਜਾਣਾ ਚਾਹੀਦਾ। ਆਖਣ ਲੱਗਾ ਹੋ ਜਾਏਗਾ, ਕੋਈ ਗੱਲ ਨਹੀਂ। ਸਭ ਤੋਂ ਪਹਿਲਾਂ ਬਾਦਸ਼ਾਹ ਅਕਬਰ ਦੇ ਲਾਂਗਰੀ ਬਦਲ ਕੇ ਲਾਂਗਰੀ ਉਹ ਲਾ ਦਿੱਤੇ ਜਿਹੜੇ ਅਕਬਰ ਨੂੰ ਸਲੋ ਪੋਇਜ਼ਨ ਜ਼ਹਿਰ ਦਿੰਦੇ ਰਹੇ ਰੋਜ਼। 2 ਮਹੀਨਿਆਂ ਦੇ ਵਿੱਚ ਅਕਬਰ ਨੂੰ ਮੰਜੀ ਤੇ ਲੰਮੇ ਪਾ ਦਿੱਤਾ, ਫੇਫੜੇ ਗਾਲ ਕੇ ਰੱਖ ਦਿੱਤੇ। ਜਦੋਂ ਅਕਬਰ ਮੰਜੀ ਤੇ ਲੰਮੇ ਪੈ ਗਿਆ, ਫੇਫੜੇ ਗਲ ਗਏ, ਮਰਨ ਕੰਢੇ ਆਪਣਿਆ ਹੋਇਆ। ਹੁਣ ਇਹ ਸਾਰੇ ਪੀਰ ਔਲੀਏ, ਜਿਹੜਾ ਮੁਰਤਜ਼ਾ ਖਾਨ ਸੀ ਨਾ, ਸ਼ੇਖ ਅਹਿਮਦ ਸਰਹੰਦੀ ਖਲੀਫੇ ਦਾ ਜਿਹੜਾ ਚੇਲਾ ਸੀ, ਇਹ ਬਾਦਸ਼ਾਹ ਜਹਾਂਗੀਰ ਦੇ ਕੋਲ ਗਏ, ਸਲੀਮ ਦੇ ਕੋਲ। ਆਖਣ ਲੱਗੇ ਤੇਰਾ ਪਿਓ ਹੁਣ ਮਰਨ ਕੰਢੇ ਆਪਣਿਆ ਤੇ ਬਾਦਸ਼ਾਹ ਤੈਨੂੰ ਬਣਾਉਣਾ। ਉਹ ਆਖਣ ਲੱਗਾ ਮੇਰਾ ਪਿਓ ਮੇਰੇ ਤੋਂ ਬੜੀ ਨਫ਼ਰਤ ਕਰਦਾ ਹੈ, ਮੈਨੂੰ ਉਹ ਨਸ਼ਈ ਆਂਦਾ ਹੈ, ਉਹ ਮੈਨੂੰ ਕਦੇ ਵੀ ਤਖਤ ਦੇ ਉੱਤੇ ਨਹੀਂ ਬਿਠਾਵੇਗਾ। ਆਖਣ ਲੱਗੇ ਤਖਤ ਤੇ ਅਸੀਂ ਬਿਠਾਉਣਾ ਤੈਨੂੰ, ਅਸੀਂ, ਪਰ ਸਾਡੀ ਸ਼ਰਤ ਇਹ ਹੈ ਕੰਮ ਤੂੰ ਉਹ ਕਰੇਗਾ ਜੋ ਅਸੀਂ ਆਖਾਂਗੇ। ਇਹ ਬਾਦਸ਼ਾਹ ਜਹਾਂਗੀਰ ਅਕਬਰ ਦੀਆਂ 2 ਬੇਗਮਾਂ ਸਨ, ਇੱਕ ਸੀ ਜੋਧਾਬਾਈ, ਦੂਸਰੀ ਲੁਕਈਆ ਬੇਗਮ। ਜੋਧਾਬਾਈ ਦੇ 3 ਪੁੱਤਰ ਸਨ, ਲੁਕਈਆ ਦੇ ਕੋਈ ਪੁੱਤਰ ਨਹੀਂ ਸੀ। ਲੁਕਈਆ ਨੇ ਜੋਧਾ ਨੂੰ ਆਖਿਆ ਸਲੀਮ ਮੈਨੂੰ ਦੇ ਦੇ, ਨੂੰ ਮੈਂ ਪਾਲਾਂਗੀ। ਬਚਪਨ ਤੋਂ ਹੀ ਉਹਨੂੰ ਅਫੀਮ ਦੇਣੀ ਸ਼ੁਰੂ ਕਰ ਦਿੱਤੀ, ਨਸ਼ੇ ਤੇ ਲਾ ਦਿੱਤਾ, ਜੀਵਨ ਗਰਕ ਕਰ ਦਿੱਤਾ, ਉਹਦਾ ਵੱਡਾ ਨਸ਼ਈ ਤੇ ਅਯਾਸ਼ ਬਣਾ ਦਿੱਤਾ। ਸਲੀਮ ਆਖਣ ਲੱਗਾ ਉਹ ਮੈਨੂੰ ਅਯਾਸ਼ ਸਮਝਦਾ ਹੈ, ਮੈਨੂੰ ਕਦੇ ਵੀ ਤਖਤ ਤੇ ਨਹੀਂ ਬਿਠਾਵੇਗਾ। ਉਹ ਆਖਣ ਲੱਗੇ ਤੈਨੂੰ ਤਖਤ ਤੇ ਅਸੀਂ ਬਿਠਾਉਣਾ ਹੈ, ਪਰ ਕੰਮ ਤੂੰ ਉਹ ਕਰਨਾ ਹੈ ਜੋ ਅਸੀਂ ਚਾਹਾਂਗੇ। ਅਕਬਰ ਮਰ ਗਿਆ, ਸਲੀਮ ਜਿਹੜਾ ਸੀ ਬਾਦਸ਼ਾਹ ਜਹਾਂਗੀਰ ਇਹ ਤਖਤ ਤੇ ਬੈਠਾ। ਅੱਜ ਵੀ ਸਤਸੰਗੀ ਜਨੋਂ ਇਸੇ ਤਰ੍ਹਾਂ ਹੋ ਰਿਹਾ, ਤਖਤ ਦੇ ਉੱਤੇ ਕੋਈ ਹੋਰ ਬੈਂਦਾ, ਪਿੱਛੋਂ ਰਾਜ ਕੋਈ ਹੋਰ ਚਲਾਉਂਦਾ। ਨਹੀਂ ਤੇ ਕਦੇ ਕੱਪ ਧੋਣ ਵਾਲੇ, ਚਾਹ ਵੇਚਣ ਵਾਲੇ ਵੀ ਪ੍ਰਧਾਨ ਮੰਤਰੀ ਬਣੇ ਨੇ। ਉਹ ਪਹਿਲੇ ਸਾਰੀਆਂ ਸਕੀਮਾਂ ਬਣੀਆਂ ਹੁੰਦੀਆਂ ਨੇ, ਅਡਾਣੀ ਤੇ ਅੰਬਾਣੀ ਵਰਗੇ ਜਿਹੜੇ ਨੇ ਉਹ ਤੇ ਰਾਜ ਕਰਦੇ ਨੇ, ਕਾਲੇ ਕਾਨੂੰਨ ਬਣਾਉਂਦੇ ਨੇ, ਇਹੋ ਜਿਹੇ ਕਾਨੂੰਨ ਪਾਸ ਕਰਵਾਉਂਦੇ ਨੇ ਕਿ ਜ਼ਮੀਨਾਂ ਸਾਡੇ ਹੱਥ ਲੱਗ ਜਾਣ। ਇਹ ਸ਼ੁਰੂ ਤੋਂ ਹੁੰਦਾ ਆਇਆ, ਅੱਜ ਵੀ ਹੋ ਰਿਹਾ। ਆਖਣ ਲੱਗੇ ਰਾਜ ਤੇਰੇ ਉੱਤੇ ਅਸੀਂ ਕਰਾਂਗੇ। ਗੁਰੂ ਅਰਜਨ ਨੂੰ ਖਤਮ ਕਰਨਾ ਹੈ ਕਿਸੇ ਤਰੀਕੇ ਦੇ ਨਾਲ। ਦੀਵਾਨ ਚੰਦੂ ਸ਼ਾਹ ਨੇ ਆਖਿਆ ਗੁਰੂ ਅਰਜਨ ਨੇ ਮੇਰੀ ਲੜਕੀ ਦਾ ਸਾਕ ਠੁਕਰਾ ਦਿੱਤਾ ਹੈ ਬਾਦਸ਼ਾਹ, ਉਹ ਸਾਕ ਕਰਵਾਇਆ ਜਾਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਲਾਹੌਰ ਸੱਦਿਆ ਜਾਂਦਾ ਹੈ। ਬਾਦਸ਼ਾਹ ਜਹਾਂਗੀਰ ਲਾਹੌਰ ਪੰਜਾਬ ਦੇ ਦੌਰੇ ਤੇ ਸੀ, ਇਹਨੇ ਅੱਗੇ ਕਸ਼ਮੀਰ ਜਾਣਾ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਰਬਾਰ ਦੇ ਵਿੱਚ ਆਉਂਦੇ ਨੇ। 5 ਸਿੱਖ ਨਾਲ ਨੇ, ਭਾਈ ਪ੍ਰਾਣਾ, ਭਾਈ ਪੈੜਾ, ਭਾਈ ਜੇਠਾ, ਭਾਈ ਲੰਗਾ ਤੇ ਭਾਈ ਵਿਧੀ ਚੰਦ। 5 ਸੂਝਵਾਨ ਸਿੱਖ ਨਾਲ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਉੱਤੇ ਕੇਸ ਚਲਾਇਆ ਜਾਂਦਾ। 3 ਸ਼ਰਤਾਂ ਅੱਗੇ ਰੱਖੀਆਂ ਗਈਆਂ, 3 ਸ਼ਰਤਾਂ। ਪਹਿਲੀ ਸ਼ਰਤ, ਦੀਵਾਨ ਚੰਦੂ ਸ਼ਾਹ ਦੀ ਲੜਕੀ ਦਾ ਸਾਕ ਕਬੂਲ ਕਰੋ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਿਆ ਕਿ ਇਹ ਚੁਬਾਰੇ ਦਾ ਮੇਲ ਤੇ ਚੁਬਾਰੇ ਨਾਲ ਹੀ ਫੱਬਦਾ, ਅਸੀਂ ਮੋਰੀਆਂ, ਮੋਰੀ ਨੇ ਮੋਰੀ ਦੇ ਨਾਲ ਮੇਲ ਧਾਰ ਲਿਆ। ਗੁਰੂ ਘਰ ਜਿਹੜਾ ਨਿਮਰਤਾ ਦਾ ਸੂਚਕ ਹੈ, ਨਿਮਰਤਾ ਦਾ ਤੇ ਹੰਕਾਰ ਦਾ ਕਦੇ ਵੀ ਮੇਲ ਨਹੀਂ ਹੋਇਆ ਕਰਦਾ। ਚੰਦੂ ਸ਼ਾਹ ਨੇ ਹੰਕਾਰ ਦੇ ਵਿੱਚ ਆ ਕੇ ਗੁਰੂ ਘਰ ਦੀ ਨਿੰਦਿਆ ਕੀਤੀ, ਇਹਦੀ ਲੜਕੀ ਦਾ ਸਾਕ ਪ੍ਰਵਾਨ ਨਹੀਂ ਕਰਾਂਗੇ। ਉਦੋਂ ਵੀ ਨਹੀਂ ਸੀ ਕੀਤਾ ਤੇ ਅੱਜ ਵੀ ਨਹੀਂ ਕਰਾਂਗੇ। ਦੂਸਰੀ ਸ਼ਰਤ, ਬਾਦਸ਼ਾਹ ਜਹਾਂਗੀਰ ਆਖਣ ਲੱਗਾ ਤੁਸੀਂ ਅਜੇ ਤੱਕ ਇੰਨਾ ਚੜਾਵਾ ਤੁਹਾਨੂੰ ਚੜਦਾ, ਇੰਨਾ ਮੱਥਾ ਟੇਕਦਾ, ਤੁਸੀਂ ਅਜੇ ਤੱਕ ਕੋਈ ਟੈਕਸ ਨਹੀਂ ਦਿੱਤਾ, ਸਾਨੂੰ 2 ਲੱਖ ਰੁਪਇਆ ਟੈਕਸ ਦਿਓ। 2 ਲੱਖ ਰੁਪਇਆ ਆਪਣੇ ਖਜ਼ਾਨੇ ਦੇ ਵਿੱਚੋਂ ਟੈਕਸ ਦਿਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਬਾਦਸ਼ਾਹ ਉਹ ਜਿਹੜਾ ਚੜਾਵਾ ਚੜਦਾ ਹੈ ਨਾ, ਉਹ ਜਿਹੜੇ ਗਰੀਬਾਂ ਦੇ 10 ਨਵਾਂ ਦੀ ਕਿਰਤ ਆ, ਦਸਵੰਧ ਦੇ ਪੈਸੇ ਨੇ, ਉਹਦੇ ਵਿੱਚੋਂ ਲੰਗਰ ਤੇ ਚੱਲ ਸਕਦਾ ਹੈ, ਕਿਸੇ ਗਰੀਬ ਦਾ ਘਰ ਬਣਾਇਆ ਜਾ ਸਕਦਾ ਹੈ, ਕਿਸੇ ਦੀ ਦਵਾਈ ਦਾਰੂ ਕੀਤੀ ਜਾ ਸਕਦੀ ਹੈ, ਦਵਾਖਾਨੇ ਬਣਾਏ ਜਾ ਸਕਦੇ ਨੇ, ਪਰ ਸ਼ਾਹੀ ਖਜ਼ਾਨਾ ਜਿਹੜਾ ਉਹ ਨਹੀਂ ਭਰਿਆ ਜਾ ਸਕਦਾ। ਧਿਆਨ ਰੱਖਿਆ ਜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੀ ਸ਼ਹਾਦਤ ਦੇ ਕੇ, ਜੇ ਸ਼ਹਾਦਤ ਨਾ ਦਿੰਦੇ ਤੇ ਕਾਨੂੰਨ ਬਣ ਜਾਣਾ ਸੀ, ਅੱਜ ਗੁਰਦੁਆਰਿਆਂ ਦੇ ਉੱਤੇ ਵੀ ਟੈਕਸ ਲੱਗਿਆ ਕਰਨਾ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੀ ਸ਼ਹਾਦਤ ਦੇ ਕੇ ਇਹ ਕਾਨੂੰਨ ਨਹੀਂ ਬਣਨ ਦਿੱਤਾ। ਅੱਜ ਭਾਵੇਂ ਕੋਈ ਕਿੱਡਾ ਵੀ ਵੱਡੇ ਤੋਂ ਵੱਡਾ ਮੰਦਿਰ ਹੈ, ਭਾਵੇਂ ਕੋਈ ਸ਼ਿਰਡੀ ਵਾਲਾ ਮੰਦਿਰ ਹੈ, ਭਾਵੇਂ ਬਾਲਾ ਜੀ ਦਾ ਮੰਦਿਰ ਹੈ, ਭਾਵੇਂ ਹਰਮੰਦਰ ਸਾਹਿਬ ਹੈ, ਦੁਨੀਆ ਦੇ ਕਿਸੇ ਗੁਰਦੁਆਰੇ ਦੇ ਉੱਤੇ, ਕਿਸੇ ਮੰਦਿਰ ਦੇ ਉੱਤੇ, ਦਸਵੰਧ ਦੇ ਉੱਤੇ ਅੱਜ ਤੱਕ ਟੈਕਸ ਨਹੀਂ ਲੱਗਦਾ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੀ ਸ਼ਹਾਦਤ ਇਹਦੇ ਵਾਸਤੇ ਦਿੱਤੀ। ਤੀਸਰੀ ਸ਼ਰਤ ਰੱਖੀ ਗਈ, ਬਾਦਸ਼ਾਹ ਜਹਾਂਗੀਰ ਨੇ ਆਖਿਆ ਤੁਸੀਂ ਜਿਹੜਾ ਗ੍ਰੰਥ ਬਣਾਇਆ ਇਹਦੇ ਵਿੱਚ ਕੋਈ 2-4 ਤੁਕਾਂ ਮੇਰੀ ਸਿਫਤ ਵਾਸਤੇ ਵੀ ਲਿਖ ਦਿਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਣ ਲੱਗੇ ਜਹਾਂਗੀਰ
इस ग्रंथ दे विच निरोल परमेश्वर ते ओदे भगतां दी सिफत आ। ਇਹਦੇ ਵਿੱਚ ਕਿਸੇ ਦੁਨੀਆ ਦੇ ਬੰਦੇ ਦੀ ਸਿਫਤ ਨੂੰ ਦਰਜ ਨਹੀਂ ਕੀਤਾ ਜਾ ਸਕਦਾ। ਤਿੰਨੇ ਸ਼ਰਤਾਂ ਠੁਕਰਾ ਦਿੱਤੀਆਂ। ਬਾਦਸ਼ਾਹ ਜਹਾਂਗੀਰ ਆਖਣ ਲੱਗਾ ਬੜੇ ਤਸੀਹੇ ਤੁਹਾਨੂੰ ਦਿੱਤੇ ਜਾਣਗੇ। ਜਾਸਾ ਦੇ ਤਹਿਤ ਜਾਸਾ ਕਾਨੂੰਨ ਬਣਾਇਆ ਸੀ ਚੰਗੇਜ਼ ਖਾਨ ਨੇ। ਆਖਣ ਲੱਗਾ ਕਈ ਵਾਰ ਪੀਰਾਂ ਫਕੀਰਾਂ ਨੂੰ ਵੀ ਸ਼ਹੀਦ ਕਰਨਾ ਪੈਂਦਾ ਹੈ। ਇਹਨਾਂ ਦਾ ਲਹੂ ਬੜਾ ਪਵਿੱਤਰ ਹੁੰਦਾ। ਜਦੋਂ ਇਹਨਾਂ ਦਾ ਲਹੂ ਡੁੱਲਦਾ ਹੈ ਤੇ ਹੋਰ ਬਾਗੀ ਪੈਦਾ ਹੁੰਦੇ ਨੇ। ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਕਿ ਇਹਨਾਂ ਦਾ ਲਹੂ ਜਿਹੜਾ ਧਰਤੀ ਦੇ ਨਾ ਡੁੱਲੇ। ਇਹੋ ਜਿਹਾ ਕਾਨੂੰਨ ਬਣਾਇਆ ਗਿਆ। ਸਖਤ ਉਹ ਇਸ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਜਾਸਾ ਦੇ ਤਹਿਤ ਉਬਲਦੀ ਦੇਗ ਦੇ ਵਿੱਚ ਬਿਠਾਇਆ ਜਾਂਦਾ ਸੀ। ਤੱਤੀ ਤਵੀ ਤੇ ਬਿਠਾਇਆ ਜਾਂਦਾ ਸੀ। ਤੱਤੀ ਰੇਤ ਪਾਈ ਜਾਂਦੀ ਸੀ। ਬਾਦਸ਼ਾਹ ਜਹਾਂਗੀਰ ਇਹ ਸਜ਼ਾ ਦੇ ਕੇ ਚੰਦੂ ਦੀਵਾਨ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸੌਂਪ ਕੇ ਤੇ ਆਪ ਅੱਗੇ ਉਹ ਕਸ਼ਮੀਰ ਵਾਲੇ ਪਾਸੇ ਚਲਾ ਗਿਆ। ਦੀਵਾਨ ਚੰਦੂ ਤੇ ਅੱਗੇ ਸਤਿਗੁਰਾਂ ਦੇ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਲੈ ਗਿਆ। ਸਿੱਖਾਂ ਨੂੰ ਡਿਉੜੀ ਵਿੱਚ ਇੱਕ ਕਮਰੇ ਵਿੱਚ ਕੈਦ ਕਰ ਦਿੱਤਾ ਗਿਆ। ਆਪਣੇ ਨੌਕਰਾਂ ਨੂੰ ਆਖਿਆ ਕਿ ਜਿੰਨੀ ਦੇਰ ਤੱਕ ਇਹ ਮੇਰੀ ਲੜਕੀ ਦਾ ਸਾਕਨਾਮਾ ਪ੍ਰਮਾਣ ਕਰ ਲੈਣ ਉਨੀ ਦੇਰ ਤੱਕ ਇਹਨਾਂ ਨੂੰ ਨਾ ਕੁਝ ਖਾਣ ਵਾਸਤੇ ਦੇਣਾ, ਨਾ ਕੁਝ ਪੀਣ ਵਾਸਤੇ ਦੇਣਾ ਤੇ ਨਾ ਹੀ ਇਹਨਾਂ ਨੂੰ ਸੌਣ ਦੇਣਾ। ਧਿਆਨ ਰੱਖਿਆ ਜੇ 2 ਦਿਨ ਤੇ 2 ਰਾਤਾਂ ਲੰਘ ਗਈਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੁਝ ਖਾਧਾ ਨਹੀਂ, ਕੁਝ ਪੀਤਾ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੁੱਤੇ ਨਹੀਂ। ਇੱਕ ਨਿਰੰਕਾਰ ਦੇ ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਿਵ ਲਾਈ ਹੋਈ। ਨੇਤਰ ਬੰਦ ਨੇ, ਮਾੜਾ ਹੱਥ ਦੇ ਵਿੱਚ ਫੜੀ ਹੋਈ ਹੈ, ਸਮਾਧੀ ਲਾਈ ਹੋਈ ਹੈ। ਤੀਸਰੇ ਦਿਨ ਦੀਵਾਨ ਚੰਦੂ ਸ਼ਾਹ ਫੇਰ ਆਉਂਦਾ। ਆਖਣ ਲੱਗਾ ਗੁਰ ਅਰਜਨ ਅਜੇ ਵੀ ਸਮਾਂ ਹੈ, ਮੈਂ ਤੈਨੂੰ ਬਚਾ ਦਿਆਂਗਾ, ਨਹੀਂ ਤਾਂ ਇਹੋ ਜਿਹੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ। ਜਾਸਾ ਦੇ ਤਹਿਤ ਤੁਹਾਨੂੰ ਉਬਲਦੀ ਦੇਗ ਦੇ ਵਿੱਚ ਬਿਠਾਇਆ ਜਾਵੇਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਹੀਂ ਮੰਨਦੇ। ਤੀਸਰੇ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਉਬਲਦੀ ਦੇਗ ਦੇ ਵਿੱਚ ਬਿਠਾਇਆ ਜਾਂਦਾ ਹੈ। ਬਿਠਾ ਕੇ ਫਿਰ ਬਾਹਰ ਕੱਢਿਆ ਜਾਂਦਾ, ਫਿਰ ਬਿਠਾਇਆ ਜਾਂਦਾ, ਕਿਉਂਕਿ ਜਿਉਂਦਾ ਵੀ ਰੱਖਣਾ। ਉਬਲਦੀ ਦੇਗ ਦੇ ਵਿੱਚ ਬਾਰ-ਬਾਰ ਗੋਤੇ ਲਗਾਏ ਜਾਂਦੇ ਨੇ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਹਿਜ ਅਵਸਥਾ ਦੇ ਵਿੱਚ ਅਡੋਲ ਇੱਕਦਮ ਸ਼ਾਂਤ ਬੈਠੇ ਹੋਏ ਨੇ। ਨਾ ਸੀਤਲੰਗ ਚੰਦਰ ਦੇਵਹ ਨਾ ਸੀਤਲੰਗ ਪਾਵਨ ਚੰਦਨਹ ਨਾ ਸੀਤਲੰਗ ਸੀਤ ਰੁਤੇਣ ਨਾਨਕ ਸੀਤਲੰਗ ਸਾਧ ਸਜਣਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੰਨੇ ਠੰਡੇ ਹੋ ਗਏ ਨੇ। ਚੌਥੇ ਦਿਨ ਤੱਤੀ ਰੇਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਉੱਤੇ ਪਵਾਈ ਗਈ। ਉਹ ਗੁਰਦਿੱਤਾ ਪੜਪੁੰਜਾ ਜਿਹੜਾ ਸੀ ਉਹ ਨਾਲੇ ਰੇਤ ਪਾਉਂਦਾ ਸੀ, ਨਾਲੇ ਉਹਦੇ ਨੇਤਰਾਂ ਦੇ ਵਿੱਚੋਂ ਜਲ ਵਗ ਰਿਹਾ। ਸਾਧ ਸੰਗਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਗੁਰਦਿੱਤਿਆ ਰੋਂਦਾ ਕਿਉਂ ਹੈ? ਤੇਰੇ ਨੇਤਰਾਂ ਦੇ ਵਿੱਚੋਂ ਜਲ ਵਗ ਰਿਹਾ। ਤੇ ਉਸ ਵੇਲੇ ਗੁਰਦਿੱਤਾ ਆਖਣ ਲੱਗਾ ਸੱਚੇ ਪਾਤਸ਼ਾਹ ਮੇਰੇ ਕੋਈ ਮਾੜੇ ਕਰਮ ਸਨ, ਜਿਹਦੇ ਕਰਕੇ ਮੈਨੂੰ ਇਹ ਡਿਊਟੀ ਇਹ ਕਰਮ ਕਰਨਾ ਪੈ ਰਿਹਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਗੁਰਦਿੱਤਿਆ ਤੂੰ ਆਪਣਾ ਕਰਮ ਕਰ, ਤੈਨੂੰ ਹੁਕਮ ਹੋਇਆ ਮੇਰੇ ਉੱਤੇ ਤੱਤੀ ਰੇਤ ਪਾਉਣ ਦਾ, ਮੇਰੇ ਉੱਤੇ ਤੱਤੀ ਰੇਤ ਪਾ। ਉਹ ਗੁਰਦਿੱਤਾ ਪੜਪੁੰਜਾ ਤੱਤੀ ਰੇਤ ਪਾਉਂਦਾ ਤੇ ਨਾਲੇ ਆਪਣੇ ਮੂੰਹ ਤੋਂ ਆਂਦਾ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ ਨਾ, ਇਹ ਗੁਰਦਿੱਤਾ ਪੜਪੁੰਜਾ ਜਿਹੜਾ ਸੀ ਨਾ, ਇਹ ਪਾਗਲਾਂ ਵਾਂਗੂ ਸਾਰੇ ਲਾਹੌਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਆਂਦਾ। ਲੋਕ ਆਂਦੇ ਨੇ ਸ਼ਦਾਈ ਹੋ ਗਿਆ। ਜਿਸ ਦਿਨ ਬਾਅਦ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਚੰਦੂ ਸ਼ਾਹ ਨੂੰ ਘਸੀਟ ਕੇ ਘੋੜੇ ਦੇ ਮਗਰ ਪਾ ਕੇ ਉਸ ਥਾਂ ਤੇ ਲੈ ਕੇ ਆਏ ਜਿੱਥੇ ਉਹ ਗੁਰਦਿੱਤਾ ਪੜਪੁੰਜਾ ਦਾਣੇ ਭੁੰਨਣ ਦਿਆ ਸੀ। ਉਹੀ ਕਰਮੱਚਾ ਜਿਹਦੇ ਨਾਲ ਸਤਿਗੁਰਾਂ ਦੇ ਉੱਤੇ ਰੇਤ ਪਾਈ ਸੀ, ਉਹੀ ਕਰਮੱਚਾ ਦੀਵਾਨ ਚੰਦੂ ਸ਼ਾਹ ਦੇ ਸਿਰ ਦੇ ਵਿੱਚ ਮਾਰਿਆ ਤੇ ਆਖਿਆ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਕਹਿ ਕੇ ਗੁਰਦਿੱਤਾ ਪੜਪੁੰਜਾ ਵੀ ਜਿਹੜਾ ਸੀ ਨਾਲ ਹੀ ਇਹਨੇ ਸਰੀਰ ਛੱਡ ਦਿੱਤਾ। ਸਤਿਗੁਰਾਂ ਦੇ ਉੱਤੇ ਤੱਤੀ ਰੇਤ ਪਾਉਂਦਾ ਹੈ। 5ਵਾਂ ਦਿਨ ਤੱਤੀ ਤਵੀ ਕੀਤੀ ਗਈ। ਤਵੀ ਦੇ ਉੱਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬਿਠਾਇਆ ਗਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ ਦੇ ਉੱਤੇ ਬੈਠੇ ਹੋਏ ਨੇ। ਉਤੋਂ ਤੱਤੀ ਰੇਤ ਪੈ ਰਹੀ ਹੈ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੜ੍ਹ ਰਹੇ ਸਨ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ, ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਏਕ ਹੀ ਨੇਤਾ ਉਹ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਹਿਜ ਅਵਸਥਾ ਦੇ ਵਿੱਚ ਬੈਠੇ ਹੋਏ ਨੇ, ਸਮਾਧੀ ਲਾਈ ਹੋਈ ਐ ਕਰਕੇ। ਉਹ ਤਨ ਤਨ ਸਤਿਗੁਰ ਅਰਜਨ ਜੀ, ਜਿਨ੍ਹਾਂ ਤਵੀ ਤੇ ਸਮਾਧੀ ਲਾਈ, ਤਨ ਤਨ ਸਤਿਗੁਰ ਅਰਜਨ ਜੀ, ਜਿਨ੍ਹਾਂ ਤਵੀ ਤੇ ਸਮਾਧੀ ਲਾਈ, ਤਨ ਤਨ ਸਤਿਗੁਰ ਅਰਜਨ ਜੀ, ਜਿਨ੍ਹਾਂ ਤਵੀ ਤੇ ਸਮਾਧੀ ਲਾਈ, ਤਨ ਤਨ ਸਤਿਗੁਰ ਅਰਜਨ ਜੀ, ਜਿਨ੍ਹਾਂ ਤਵੀ ਤੇ ਸਮਾਧੀ ਲਾਈ।
ਤਵੀ ਤੇ ਸਮਾਧੀ ਲਾਈਆ ਤਵੀ ਤੇ ਸਮਾਧੀ ਲਾਈਆ ਤਵੀ ਤੇ ਸਮਾਧੀ ਲਾਈਆ ਤਨ ਤਨ ਸਭ ਤੇਰੇ ਜੀ ਨਾ ਤਵੀ ਤੇ ਸਮਾਧੀ ਲਾਈਆ ਤਨ ਤਨ ਸਭ ਤੇਰੇ ਜੀ ਨਾ ਤਵੀ ਤੇ ਸਮਾਧੀ ਲਾਈਆ ਤਨ ਤਨ ਸਭ ਤੇਰੇ ਜੀ ਨਾ ਤਵੀ ਤੇ ਸਮਾਧੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਵੀ ਦੇ ਉੱਤੇ ਬੈਠੇ ਹੋਏ ਨੇ ਲਾਲ ਲੋਹ ਸੀ ਅੰਗਿਆਰ ਹੋਈ ਭੜਕ ਭੜਕ ਕੇ ਭੱਠੀ ਭੜਕਦੀ ਸੀ ਲਾ ਕੇ ਚੌਂਕੜਾ ਭਾਨੀ ਦਾ ਚੰਨ ਬੈਠਾ ਤਿੜ ਤਿੜ ਕਰਕੇ ਰੇਤ ਤਿੜਕਦੀ ਸੀ ਦੋਜਕ ਵਾਂਗ ਸੀ ਉਸ ਦਿਨ ਲਾਹੌਰ ਬਣਿਆ ਚੱਪੇ ਚੱਪੇ ਤੇ ਹੋਣੀ ਕੜਕਦੀ ਸੀ ਜਾ ਕੇ ਆਖਿਆ ਕਿਸੇ ਨੇ ਮੀਆਂ ਮੀਰ ਤਾਈ ਪਿਆਰੇ ਗੁਰੂ ਜੀ ਕਸ਼ਟ ਉਠਾ ਰਹੇ ਨੇ ਸਿਰ ਤੇ ਰੇਤ ਤੱਤੀ ਥੱਲੇ ਲੋਹ ਤੱਤੀ ਵਿੱਚ ਬੈਠ ਕੇ ਤਾੜੀ ਲਗਾ ਰਹੇ ਨੇ ਦਰਸ਼ਨ ਕਰਕੇ ਲੋਹ ਦੇ ਉੱਤੇ ਸਤਿਗੁਰਾਂ ਦੇ ਮੀਆਂ ਮੀਰ ਜੀ ਰੋ ਰੋ ਸੁਣਾਉਣ ਲੱਗੇ ਤੱਤੀ ਤਵੀ ਤੇ ਤਪਾ ਕੇ ਤਨ ਆਪਣਾ ਉਹ ਠੰਡ ਕਿਸ ਦੇ ਕਲੇਜੇ ਪਾਣ ਲੱਗੇ ਉਹ ਛਾਲੇ ਛਾਲੇ ਕਰ ਸੁੰਦਰ ਸ਼ਰੀਰ ਆਪਣਾ ਕੜਸ਼ੇ ਰੇਤ ਦੇ ਸਿਰ ਤੇ ਪਵਾਣ ਲੱਗੇ ਮੀਆਂ ਮੀਰ ਜੀ ਤੜਫ ਤੜਫ ਕੇ ਕਹਿਣ ਲੱਗੇ ਰੰਗ ਕਰੋ ਹੁਕਮ ਕਰੋ ਤੇ ਰੰਗ ਵਿਖਾ ਦੇਵਾਂ ਉਹ ਚੰਦ ਸੂਰਜ ਨੂੰ ਪਕੜ ਕੇ ਖਾ ਜਾਵਾਂ ਦਿੱਲੀ ਅਤੇ ਲਾਹੌਰ ਪਿੜਾ ਦੇਵਾਂ ਪੀ ਕੇ ਸੱਤੇ ਸਮੁੰਦਰ ਦਰਿਆ ਨਾਲੇ ਉਹ ਅੱਗ ਦੇ ਘਰ ਨੂੰ ਲਾ ਦੇਵਾਂ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ ਮੈਂ ਚੰਦੂ ਸ਼ਾਹ ਨੂੰ ਕੋਈ ਜਲਵਾ ਵਿਖਾ ਦਿਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ ਮੀਆਂ ਮੀਰ ਨਾ ਕਿਸੇ ਵੇਲੇ ਤੂੰ ਮੇਰੇ ਦਰਬਾਰ ਦੇ ਵਿੱਚ ਆਇਆ ਸੈਂ ਇਹ ਮੀਆਂ ਮੀਰ ਕੋਈ ਸਮਾਂ ਸੀ ਇੱਕ ਦਿਨ ਦਰਬਾਰ ਦੇ ਵਿੱਚ ਆਇਆ ਤੇ ਰਾਗੀ ਸਿੰਘ ਸ਼ਬਦ ਪੜਨ ਦੇ ਸਨ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਮੀਆਂ ਮੀਰ ਇਹ ਸ਼ਬਦ ਸੁਣਨ ਦਿਆ ਸੀ ਕੀਰਤਨ ਰਾਗੀ ਸਿੰਘਾਂ ਨੇ ਸ਼ਬਦ ਦਾ ਭੋਗ ਪਾਇਆ ਇਹਨੇ ਅਰਜ਼ ਕਰ ਦਿੱਤੀ ਸੱਚੇ ਪਾਤਸ਼ਾਹ ਜਿਹੜਾ ਰਾਗੀ ਸਿੰਘਾਂ ਨੇ ਸ਼ਬਦ ਪੜਿਆ ਹੈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਇਹਦੇ ਉੱਤੇ ਕਿਤੇ ਚੱਲਣਾ ਪੈ ਜੇ ਇਸ ਪੰਕਤੀ ਉੱਤੇ ਤੇ ਬੜਾ ਔਖਾ ਕੌਣ ਚੱਲੇਗਾ ਇਹਦੇ ਉੱਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ ਮੀਆਂ ਮੀਰ ਸਮਾਂ ਆਵੇਗਾ ਇਸ ਪੰਕਤੀ ਦੇ ਉੱਤੇ ਤੈਨੂੰ ਮੈਂ ਆਪ ਚੱਲ ਕੇ ਵਿਖਾਵਾਂਗਾ ਮੀਆਂ ਮੀਰ ਤੋਂ ਉਸ ਵੇਲੇ ਸਵਾਲ ਕੀਤਾ ਸੀ ਅੱਜ ਵੇਖ ਉਹ ਪੰਕਤੀ ਨੂੰ ਮੈਂ ਉਹ ਸਵਾਲ ਆਪ ਆਪਣੇ ਸਿੱਖਾਂ ਵਾਸਤੇ ਹੱਲ ਕਰਨ ਦਿਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਹੋਏ ਨੇ ਕਿਸੇ ਵੇਲੇ ਨਮਰੂਦ ਦੀ ਕਚਹਿਰੀ ਦੇ ਵਿੱਚ ਲੰਮਾ ਇਤਿਹਾਸ ਹੈ ਸੰਖੇਪ ਦੇ ਵਿੱਚ ਬੇਨਤੀ ਕਰਾਂ ਹਜ਼ਰਤ ਇਬਰਾਹੀਮ ਨੂੰ ਤੱਤੇ ਕੋਲਿਆਂ ਦੇ ਉੱਤੇ ਤੁਰਨ ਵਾਸਤੇ ਸਜ਼ਾ ਦੇ ਦਿੱਤੀ ਤੇ ਹਜ਼ਰਤ ਇਬਰਾਹੀਮ ਖੁਦਾ ਦੇ ਅੱਗੇ ਫਰਿਆਦ ਕਰਦਾ ਹੈ ਖੁਦਾ ਕਿਤੇ ਮੈਂ ਡੋਲ ਨਾ ਜਾਵਾਂ ਕਿਰਪਾ ਕਰ ਤੱਤੇ ਕੋਲੇ ਫੁੱਲ ਬਣ ਜਾਣ ਤੇ ਤੱਤੇ ਕੋਲੇ ਫੁੱਲ ਬਣ ਗਏ ਸਨ ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਭਾਣੇ ਦੇ ਵਿੱਚ ਨੇ ਤੱਤੀ ਤਵੀ ਤੇ ਬੈਠੇ ਹੋਏ ਨੇ ਮੀਆਂ ਮੀਰ ਨੂੰ ਆਖਣ ਲੱਗੇ ਕਹਿਆ ਹੱਸ ਕੇ ਸੱਚਿਆਂ ਸਤਿਗੁਰਾਂ ਨੇ ਹੁਕਮ ਪਿਆਰੇ ਦਾ ਪੀਰ ਪਰਤਾਈ ਦਾ ਨਹੀਂ ਸਦਾ ਰਹੀਏ ਪਿਆਰੇ ਦੇ ਹੁਕਮ ਅੰਦਰ ਵਿੱਚ ਭਾਣੇ ਦੇ ਮੀਆਂ ਘਬਰਾਈ ਦਾ ਨਹੀਂ ਦੇਵ ਕਰਕੇ ਕੀ ਆਖਿਆ ਸਮੇਂ ਦੀ ਸਮਾਪਤੀ ਹੈ ਬਈ ਉਹ ਖੁਸ਼ ਯਾਰ ਦੀ ਰਜ਼ਾ ਵਿੱਚ ਰਹੀਏ ਚੁੱਕੀ ਚ ਭਾਵੇਂ ਕੱਖ ਨਾ ਰਹੇ ਖੁਸ਼ ਯਾਰ ਦੀ ਰਜ਼ਾ ਵਿੱਚ ਰਹੀਏ ਚੁੱਕੀ ਚ ਭਾਵੇਂ ਕੱਖ ਨਾ ਰਹੇ ਖੁਸ਼ ਯਾਰ ਦੀ ਰਜ਼ਾ ਵਿੱਚ ਰਹੀਏ ਚੁੱਕੀ ਚ ਭਾਵੇਂ ਕੱਖ ਨਾ ਰਹੇ ਖੁਸ਼ ਯਾਰ ਦੀ ਰਜ਼ਾ ਵਿੱਚ ਰਹੀਏ ਚੁੱਕੀ ਚ ਭਾਵੇਂ ਕੱਖ ਨਾ ਰਹੇ ਖੁਸ਼ ਯਾਰ ਦੀ ਰਜ਼ਾ ਵਿੱਚ ਰਹੀਏ ਚੁੱਕੀ ਚ ਭਾਵੇਂ ਕੱਖ ਨਾ ਰਹੇ ਖੁਸ਼ ਯਾਰ ਦੀ ਰਜ਼ਾ ਵਿੱਚ ਰਹੀਏ ਚੁੱਕੀ ਚ ਭਾਵੇਂ ਕੱਖ ਨਾ ਰਹੇ ਖੁਸ਼ ਯਾਰ ਦੀ ਰਜ਼ਾ ਵਿੱਚ ਰਹੀਏ ਚੁੱਕੀ ਚ ਭਾਵੇਂ ਕੱਖ ਨਾ ਰਹੇ ਖੁਸ਼ ਯਾਰ ਦੀ ਰਜ਼ਾ ਵਿੱਚ ਰਹੀਏ ਚੁੱਕੀ ਚ ਭਾਵੇਂ ਕੱਖ ਨਾ ਰਹੇ ਉਹ ਤਖਤ ਬਿਠਾਏ ਤਾਂ ਜੀ ਸਦਕੇ ਭੀਖ ਮੰਗਾਏ ਤਾਂ ਜੀ ਸਦਕੇ ਉਹ ਜਿਵੇਂ ਯਾਰ ਨਚਾਏ ਤਾਂ ਨੱਚ ਪਈਏ ਚੁੰਗੀ ਚ ਪਾਵੇ ਕੱਖ ਨਾ ਰਹੇ ਖੁਸ਼ ਯਾਰ ਦੀ ਰਜ਼ਾ ਵਿੱਚ ਰਹੀਏ ਚੁੰਗੀ ਚ ਪਾਵੇ ਕੱਖ ਨਾ ਰਹੇ ਖੁਸ਼ ਯਾਰ ਦੀ ਰਜ਼ਾ ਵਿੱਚ ਰਹੀਏ ਚੁੰਗੀ ਚ ਪਾਵੇ ਕੱਖ ਨਾ ਰਹੇ ਖੁਸ਼ ਯਾਰ ਦੀ ਰਜ਼ਾ ਵਿੱਚ ਰਹੀਏ ਚੁੰਗੀ ਚ ਪਾਵੇ ਕੱਖ ਨਾ ਰਹੇ 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 ਚੁੰਗੀ
ਪੰਜ ਦਿਨਾਂ ਤੋਂ ਬਾਅਦ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੀਵਾਨ ਚੰਦੂ ਸ਼ਾਹ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਗਊ ਦੇ ਕੱਚੇ ਚੰਮ ਦੇ ਵਿੱਚ ਮੜਨ ਦੀ ਯੋਜਨਾ ਬਣਾਈ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ, ਸਤਿਗੁਰੂ ਜੀ ਬਚਨ ਕੀਤਾ, ਮੈਂ ਰਾਵੀ ਨਦੀ ਤੇ ਇਸ਼ਨਾਨ ਕਰਨਾ ਚਾਹੁੰਦਾ। ਜਿਸ ਤਰ੍ਹਾਂ ਭਾਈ ਜੀ ਲਿਖ ਰਹੇ ਨੇ, ਸੱਚੇ ਪਾਤਸ਼ਾਹ ਦਾ ਸਾਰਾ ਸਰੀਰ ਛਾਲਿਆਂ ਦੇ ਨਾਲ ਭਰਿਆ ਹੋਇਆ, ਸਿੱਖਾਂ ਦਾ ਆਸਰਾ ਲਿਆ ਹੋਇਆ, ਚਾਦਰ ਦੀ ਬੁੱਕਲ ਮਾਰੀ ਹੋਈ ਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਰਾਵੀ ਨਦੀ ਦੇ ਕੰਢੇ ਤੇ ਪਹੁੰਚਦੇ ਨੇ, ਇਸ਼ਨਾਨ ਕੀਤਾ, ਇੱਕ ਪਾਠ ਜਪਜੀ ਸਾਹਿਬ ਦਾ ਕੀਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਤਿਹਾਸ ਲਿਖ ਰਿਹਾ, ਪਾਠ ਕਰਕੇ ਸਿੱਖਾਂ ਨੂੰ ਹੁਕਮ ਕੀਤਾ ਕਿ ਮੇਰਾ ਸਰੀਰ ਰਾਵੀ ਨਦੀ ਦੀ ਭੇਟ ਕਰ ਦੇਣਾ। ਸੱਚੇ ਪਾਤਸ਼ਾਹ ਆਪਣਾ ਸਰੀਰ ਛੱਡਿਆ, ਰਾਵੀ ਨਦੀ ਦੀ ਉਹ ਭੇਟ ਕਰ ਦਿੱਤਾ ਗਿਆ। ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਸਰੀਰ, ਇਸ ਤਰ੍ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਤਰ੍ਹਾਂ ਸ਼ਹੀਦੀ ਹੋਈ ਧਰਮ ਵਾਸਤੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਕਿਸ ਤਰ੍ਹਾਂ ਧੀਰਜ ਦੇ ਵਿੱਚ ਰਹਿ ਕੇ ਪਰਮੇਸ਼ਰ ਦੇ ਭਾਣੇ ਨੂੰ ਮੰਨਿਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ। ਮੈਂ ਸ਼ੁਰੂ ਵਿੱਚ ਅਰਜ਼ ਕੀਤੀ ਸੀ, ਭੱਟ ਸਾਹਿਬਾਨ ਲਿਖਦੇ ਨੇ, ਧਰਮ ਧੀਰ ਗੁਰਮਤਿ ਗੰਭੀਰ ਪਰ ਦੁੱਖ ਨਿਵਾਰਣ। हे ਸੱਚੇ ਪਾਤਸ਼ਾਹ, ਧੀਰਜ ਨੂੰ ਤੂੰ ਆਪਣਾ ਧਰਮ ਬਣਾਇਆ ਹੋਇਆ, ਤੇਰੀ ਬਿਰਤੀ ਬਹੁਤ ਜ਼ਿਆਦਾ ਡੂੰਘੀ ਹੈ। ਸੱਚੇ ਪਾਤਸ਼ਾਹ, ਗੁਰਮਤਿ ਗੰਭੀਰ ਪਰ ਦੁੱਖ ਨਿਵਾਰਣ, ਸ਼ਬਦ ਸਾਰ ਹਰ ਸਮ ਉਦਾਰ। ਸੱਚੇ ਪਾਤਸ਼ਾਹ, ਤੇਰੀ ਉਦਾਰਤਾ ਭਗਵਾਨ ਪਰਮੇਸ਼ਰ ਵਰਗੀ। ਹਰ ਸਮ ਉਦਾਰ ਅਹੰਮੇਵ ਨਿਵਾਰਣ, ਤੂੰ ਹੰਕਾਰ ਦੂਰ ਕਰਨ ਵਾਲਾ ਹੈ। ਕੱਲ ਭੱਟ ਕਹਿੰਦਾ, ਗੁਰ ਅਰਜਨ ਕੱਲੇ ਉਚਰੈ, ਰਾਜ ਜੋਗ ਰਸ ਜਾਣਿਓ। ਸੱਚੇ ਪਾਤਸ਼ਾਹ, ਤੂੰ ਰਾਜ ਜੋਗ ਦੇ ਰਸ ਨੂੰ ਮਾਣੇ। ਮੈਂ ਅਰਜ਼ ਕਰਾਂ, ਅੱਜ ਦਾ ਮੇਲਾ ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਜੋਗਾ ਸਿੰਘ ਜੀ, ਉਹਨਾਂ ਦੇ ਬਜ਼ੁਰਗਾਂ ਦੀ ਯਾਦ ਵਿੱਚ ਅੱਜ ਦਾ ਮੇਲਾ। ਉਹਨਾਂ ਦੇ ਦਾਦਾ ਜੀ ਸੰਤ ਬਹਾਦਰ ਸਿੰਘ ਜੀ ਮਹਾਨ ਸਾਧੂ, ਜਿਨ੍ਹਾਂ ਨੇ ਸਾਰੀ ਉਮਰ ਵੱਡੀ ਮਰਿਆਦਾ ਰੱਖੀ। ਸਾਧ ਸੰਗਤ ਜੀ, ਵੱਡੀ ਮਰਿਆਦਾ। ਤੇ ਜਥੇਦਾਰ ਜੀ ਦੇ ਪਿਤਾ ਜੀ ਸੰਤ ਬਖਸ਼ੀਸ਼ ਸਿੰਘ ਜੀ, ਮਾਤਾ ਨਾਭ ਕੌਰ ਜੀ। ਸੰਤ ਬਖਸ਼ੀਸ਼ ਸਿੰਘ ਜੀ ਨੇ ਵੀ ਉਸੇ ਤਰ੍ਹਾਂ ਆਪਣੇ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਹੋਇਆਂ ਸਾਰੀ ਉਮਰ ਵੱਡੀ ਮਰਿਆਦਾ ਰੱਖੀ। ਸਾਧ ਸੰਗਤ ਜੀ, ਵੱਡੀ ਮਰਿਆਦਾ। ਸਾਰੀ ਉਮਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਮੰਨਿਆ। ਗੋਲੇ ਵਰਨੀ ਦੇ ਵਿੱਚ ਸੇਵਾ ਕਰਦੇ ਰਹੇ, ਬੈਂਗਲੌਰ ਵੀ ਸੇਵਾ ਕੀਤੀ। ਜਦੋਂ ਵੀ ਮੈਨੂੰ ਜਥੇਦਾਰ ਜੀ ਨੇ ਦੱਸਿਆ ਸੱਚੇ ਪਾਤਸ਼ਾਹ ਦਾ ਦੌਰਾ ਹੋਣਾ, ਹਰ ਮਹੀਨੇ ਇੱਕ ਅਖੰਡ ਪਾਠ ਕਰਕੇ ਭੋਗ ਪਵਾਉਣਾ, ਮਹੀਨੇ ਦੇ ਵਿੱਚ ਇੱਕ ਜਾਂ ਦੋ ਸਧਾਰਨ ਪਾਠ ਕਰਕੇ ਵੱਧ ਵੀ ਕਰ ਲੈਣੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨਿਮਿਤ ਪਾਠ ਕਰਨੇ। ਗੁਰਬਾਣੀ ਪੜ੍ਹਨ ਵਾਲਾ ਤੇ ਨਾਮ ਜਪਣ ਵਾਲਾ, ਨਾਮ ਦੇ ਰਸੀਏ ਸਨ ਸੰਤ ਬਖਸ਼ੀਸ਼ ਸਿੰਘ ਜੀ। ਐਸਾ ਜੀਵਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਇੱਕ ਵਾਰ ਅਰਜ਼ ਕੀਤੀ, ਗਰੀਬ ਨਵਾਜ, ਮੈਂ ਸਾਰੇ ਗੁਰੂਆਂ ਦਾ ਦਰਸ਼ਨ ਕਰ ਲੈਣਾ, ਪਰ ਅਜੇ ਤੱਕ ਮੈਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਨਹੀਂ ਹੋਇਆ। ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਸੰਤ ਜੀ, ਜਦੋਂ ਤੁਸੀਂ ਸਾਰੇ ਗੁਰੂਆਂ ਦਾ ਦਰਸ਼ਨ ਕਰ ਲੈਂਦੇ ਹੋ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਿਉਂ ਨਹੀਂ ਹੁੰਦਾ? ਤੇ ਸੰਤ ਬਖਸ਼ੀਸ਼ ਸਿੰਘ ਜੀ ਆਖਣ ਲੱਗੇ, ਗਰੀਬ ਨਵਾਜ, ਜਿਸ ਤਰ੍ਹਾਂ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਨਾ, ਇਸ ਤਰ੍ਹਾਂ ਮੈਂ ਪ੍ਰਤੱਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨਾ ਚਾਹੁੰਦਾ। ਤੇ ਫਿਰ ਉਸ ਤਰ੍ਹਾਂ ਦਰਸ਼ਨ ਹੋਇਆ। ਤੇ ਇਸ ਤਰ੍ਹਾਂ ਦਾ ਜੀਵਨ ਜਥੇਦਾਰ ਜੀ ਨੇ ਦੱਸਿਆ ਸੀ। ਸੰਤ ਨਗਰ ਤੋਂ ਹਰੀ ਨਗਰ ਗਊਆਂ ਲੈ ਕੇ ਜਾਣਾ ਤੇ ਗਊਆਂ ਦੇ ਮੂੰਹ ਤੇ ਉਹ ਸ਼ਕਾਲੇ ਦੇ ਲੈਣੇ ਕਿ ਗਊਆਂ ਕਿਤੇ ਕਿਸੇ ਬਗਾਨੇ ਖੇਤ ਦੇ ਵਿੱਚ ਮੂੰਹ ਨਾ ਮਾਰਨ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ, ਜਾ ਗੁਰਦਾਰ ਨਾ ਖਾਏ। ਐਸਾ ਜੀਵਨ। ਤੇ ਜਦੋਂ ਸਰੀਰ ਛੱਡਿਆ ਅੰਮ੍ਰਿਤ ਵੇਲੇ, ਉਹ 5 ਵਜੇ ਇਸ਼ਨਾਨ ਪਾਣੀ ਕਰਕੇ ਤੇ ਆਪਣਾ ਸਿਮਰਨ ਕਰਨ ਦਾ ਸਨ। ਵੇਖੋ, ਉਹ ਗੁਰਮੁਖ ਜਿਹੜੇ ਨੇ ਆਪਣਾ ਜਨਮ ਸਵਾਰ ਕੇ ਸੰਸਾਰ ਤੋਂ ਜਾਂਦੇ ਨੇ। ਉਹ ਉਹਦੀ ਰਜ਼ਾ ਦੇ ਨਾਲ ਸੰਸਾਰ ਦੇ ਵਿੱਚ ਆਉਂਦੇ ਨੇ ਤੇ ਉਹਦੀ ਰਜ਼ਾ ਦੇ ਨਾਲ ਹੀ ਜਾਂਦੇ ਨੇ। ਆਪਣਾ ਜਨਮ ਸਵਾਰ ਕੇ ਗਏ। ਉਹੀ ਸਿੱਖੀ ਜਿਹੜੀ ਸੰਤਾ ਬਖਸ਼ੀਸ਼ ਸਿੰਘ ਹੋਰਾਂ ਦੇ ਕੋਲ ਸੀ, ਜਦੋਂ ਉਹਨਾਂ ਦਾ ਭੋਗ ਪਿਆ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਪਦੇਸ਼ ਕਰਦਿਆਂ ਇਹ ਬਚਨ ਕੀਤਾ ਕਿ ਇਹ ਜਿਹੜੀ ਸੰਤਾਂ ਵਾਲੀ ਜਿਹੜੀ ਬੰਦਗੀ ਹੈ, ਉਹਨਾਂ ਦੀ ਜਿਹੜਾ ਇਹ ਭਜਨ ਆ, ਉਹਨਾਂ ਨੇ ਇਹ ਸਾਰੀ ਉਮਰ ਜਿਹੜੀ ਵੱਡੀ ਮਰਿਆਦਾ ਰੱਖੀ ਹੈ, ਜਿਹੜਾ ਭਜਨ ਕੀਤਾ, ਜਿਹੜੀ ਬੰਦਗੀ ਕੀਤੀ ਹੈ, ਤੁਹਾਡੇ ਸਾਰੇ ਭਰਾਵਾਂ ਦੇ ਵਿੱਚੋਂ, ਪੁੱਤਰਾਂ ਵਿੱਚੋਂ ਕਿੰਨੇ ਸਾਹਮਣੇ ਹੈ। ਤੇ ਜਥੇਦਾਰ ਜੀ ਨੇ ਉੱਠ ਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਗਰੀਬ ਨਵਾਜ, ਮੈਂ ਆਪਣੇ ਭਰਾਵਾਂ ਦੇ ਕੋਲੋਂ ਕੁਛ ਨਹੀਂ ਮੰਗਾਂਗਾ, ਮੈਨੂੰ ਇਹ ਬੰਦਗੀ ਚਾਹੀਦੀ ਹੈ ਆਪਣੇ ਪਿਤਾ ਜੀ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇਸ ਪਰਿਵਾਰ ਤੇ ਬੇਅੰਤ ਬਖਸ਼ਿਸ਼ਾਂ ਕੀਤੀਆਂ। ਸੰਤ ਗੁਰਦੇਵ ਸਿੰਘ ਜੀ ਮਦਾਰ, ਪਾਕਿਸਤਾਨ ਦੇ ਵਿੱਚ ਮਦਾਰ ਪਿੰਡ ਸੀ, ਜਿਨ੍ਹਾਂ ਤੋਂ ਇਹਨਾਂ ਨੂੰ ਮਦਾਰੀਏ ਆਖਿਆ ਜਾਂਦਾ ਸੀ। ਮੇਰੇ ਵਿਦਿਆ ਗੁਰੂ ਜਥੇਦਾਰ ਸੁਦਰਸ਼ਨ ਸਿੰਘ ਜੀ, ਉਹਨਾਂ ਦੇ ਬੜੇ ਬਚਨ ਮੈਨੂੰ ਸੁਣਾਇਆ ਕਰਦੇ ਸਨ। ਸਾਰੀ ਉਮਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਰਹਿ ਕੇ ਉਹਨਾਂ ਨੇ ਸੇਵਾ ਕੀਤੀ। ਤੇ ਜਥੇਦਾਰ ਜੋਗਾ ਸਿੰਘ ਜੀ ਵੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਜਿੱਥੇ ਵੀ ਹੁਕਮ ਹੋਇਆ ਉਹ ਥਾਵਾਂ
ਜਿਹੜੀਆਂ ਸਾਧ ਸੰਗਤ ਨੇ ਗੁਰੂ ਘਰ ਨੂੰ ਮੱਥਾ ਟੇਕੀਆਂ ਸਨ, ਉਹ ਜ਼ਮੀਨਾਂ ਉਹਨਾਂ ਦੇ ਕੁਝ ਲੋਕਾਂ ਨੇ ਕਬਜ਼ੇ ਕੀਤੇ ਹੋਏ ਸਨ। ਉਹ ਥਾਵਾਂ ਜਿਹੜੀਆਂ ਸਨ, ਗੁਰਦੇਵ ਸਿੰਘ ਮਦਾਰ ਜੀ, ਜਥੇਦਾਰ ਜੋਗਾ ਸਿੰਘ ਜੀ, ਉੱਥੇ ਸਾਰੀ ਰਾਤ ਗੋਲੀ ਚੱਲਦੀ ਰਹਿਣੀ, ਸਾਰੀ ਰਾਤ ਗੋਲੀਆਂ ਚੱਲਦੀਆਂ ਰਹਿਣੀਆਂ। ਵੇਖੋ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਜਦੋਂ ਦਿਨ ਚੜ੍ਹਨਾ ਤੇ ਉਹ ਗੋਲੀਆਂ ਦੇ ਜਿਹੜੇ ਖੋਲ ਹੁੰਦੇ ਨੇ ਨਾ, ਉਹ ਢੇਰ ਲੱਗਾ ਹੋਣਾ ਸਿਰ ਤੇ, ਪਰ ਵਾਲ ਵੀ ਆਪਣੇ ਉਹ ਸਿੱਖ ਦਾ ਸਤਿਗੁਰੂ ਜਿਹੜਾ ਵਿੰਗਾ ਨਹੀਂ ਹੋਣ ਦਿੰਦਾ। ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਇਸ ਤਰ੍ਹਾਂ ਇਸ ਪਰਿਵਾਰ ਦੇ ਵਿੱਚੋਂ ਸੇਵਾ ਲਈ ਮੈਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰਾਂਗਾ। ਇਸੇ ਤਰ੍ਹਾਂ ਹੀ ਇਹ ਕਿਰਪਾ, ਇਹ ਬਖਸ਼ਿਸ਼ ਇਸ ਪਰਿਵਾਰ ਤੇ ਅੱਗੋਂ ਬੱਚਿਆਂ ਦੇ ਵਿੱਚ ਵੀ ਇਹ ਕਿਰਪਾ ਬਣੀ ਰਹੇ। ਬੱਚੇ ਵੀ ਸੇਵਾ ਦੇ ਨਾਲ, ਗੁਰੂ ਘਰ ਦੇ ਨਾਲ, ਗੁਰਸਿੱਖੀ ਦੇ ਨਾਲ ਜੁੜੇ ਰਹਿਣ। ਆਓ ਆ ਇੱਕ ਗੀਤ ਪੜ੍ਹ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਤੇ ਮੈਂ ਤੁਹਾਡੇ ਕੋਲੋਂ ਖਿਮਾ ਮੰਗ ਲੈਣਾ। ਉਹ ਬੈਠ ਕੇ ਤਤੀ ਤਵੀ ਤੇ, ਬੈਠ ਕੇ ਤਤੀ ਤਵੀ ਤੇ ਕਰ ਕਮਾਲ ਗਏ।